चलो हुण आपां सही चैप्टर जिहड़ा अपना इमोशन आ इत्थों शुरू होਊਗਾ। ਹੁਣ ਆਪਾਂ ਇੱਥੋਂ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਜਦੋਂ ਆਪਾਂ ਚੈਪਟਰ ਸ਼ੁਰੂ ਕਰਦੇ ਹਾਂ ਤਾਂ ਸਭ ਤੋਂ ਪਹਿਲਾ ਸਵਾਲ ਇਹ ਹੁੰਦਾ ਆਪਣੇ ਕੋਲੇ ਵੀ ਇਮੋਸ਼ਨ ਤੋਂ ਕੀ ਭਾਵ ਆ। ਆਪਾਂ ਕਿਵੇਂ ਕਹਿ ਸਕਦੇ ਹਾਂ ਵੀ ਹਾਂ ਕੋਈ ਵਸਤੂ ਜਿਹੜੀ ਉਹ ਮੋਸ਼ਨ ਵਿੱਚ ਆ, ਮਤਲਬ ਭਾਵ ਗਤੀ ਵਿੱਚ ਆ। ਤਾਂ ਇਹਦੀ ਸਿੰਪਲ ਜੀ ਡੈਫੀਨੇਸ਼ਨ ਜਿਹੜੀ ਸਾਇੰਸ ਦੇ ਅਕੋਰਡਿੰਗ ਆ, ਉਹਦੇ ਅਕੋਰਡਿੰਗ ਇਹ ਆ ਕਿ ਜੇ ਕੋਈ ਵੀ ਵਸਤੂ ਆ ਉਹ ਸਮੇਂ ਦੇ ਨਾਲ ਆਪਦੀ ਸਥਿਤੀ ਚੇਂਜ ਕਰ ਰਹੀ ਆ, ਆਪਦਾ ਪਲੇਸ ਚੇਂਜ ਕਰ ਰਹੀ ਆ ਟਾਈਮ ਦੇ ਬੀਤਣ ਦੇ ਨਾਲ, ਤਾਂ ਆਪਾਂ ਉਹਨੂੰ ਕਹਾਂਗੇ ਭਈ ਹਾਂ ਉਹ ਬੋਡੀ ਹੈ ਜਿਹੜੀ ਉਹ ਮੋਸ਼ਨ ਵਿੱਚ ਆ। ਫॉर ਐਨ ਐਗਜ਼ਾਮਪਲ, ਜੇ ਆਪਾਂ ਮੰਨ ਲਓ ਭਈ ਆਹ ਇੱਥੇ ਪੈਨ ਰੱਖਿਆ ਹੋਇਆ, ਹੁਣ ਇਹ ਪੈਨ ਪਿਆ ਹੈ, ਹੁਣ ਮੈਂ ਲਾ ਲਓ ਇਹਨੂੰ ਚੱਕ ਕੇ ਇੱਥੇ ਰੱਖਤਾ, ਹੁਣ ਟਾਈਮ ਦੇ ਨਾਲ ਇਹਦੀ ਸਥਿਤੀ ਚੇਂਜ ਹੋ ਗਈ। ਇਸੇ ਨੂੰ ਆਪਾਂ ਮੋਸ਼ਨ ਕਹਾਂ। ਜੇ ਕਿਸੇ ਵਸਤੂ ਦੀ ਸਥਿਤੀ, ਕਿਸੇ ਆਬਜੈਕਟ ਦੀ ਸਥਿਤੀ ਟਾਈਮ ਦੇ ਨਾਲ ਚੇਂਜ ਹੁੰਦੀ ਹੈ ਤਾਂ ਉਹਨੂੰ ਆਪਾਂ ਮੋਸ਼ਨ ਕਹਾਂਗੇ। ਉਦੋਂ ਬਾਅਦ ਆਪਣੇ ਕੋਲ ਆਉਂਦਾ ਰੈਸਟ। ਫਿਰ ਰੈਸਟ ਦਾ ਮਤਲਬ ਕੀ ਹੋਇਆ? ਠਹਿਰਾਅ। ਤਾਂ ਠਹਿਰਾਅ ਦਾ ਮਤਲਬ ਹੁੰਦਾ ਵੀ ਜਦੋਂ ਕੋਈ ਇਹਦੋਂ ਉਲਟ ਹੋ ਜਾਊਗਾ, ਸਿੰਪਲੀ ਵੀ ਜਦੋਂ ਕੋਈ ਵਸਤੂ ਹੈ ਜਿਹੜੀ ਉਹ ਸਮੇਂ ਦੇ ਨਾਲ ਆਪਦੀ ਸਥਿਤੀ ਨਹੀਂ ਚੇਂਜ ਕਰ ਰਹੀ ਤਾਂ ਉਹਦਾ ਮਤਲਬ ਹੋਊਗਾ ਵੀ ਉਹ ਵਸਤੂ ਜਿਹੜੀ ਰੈਸਟ ਵਿੱਚ ਆ। ਇਹ ਬੇਸਿਕ ਜਿਹੀਆਂ ਗੱਲਾਂ ਇਹ ਤੁਹਾਨੂੰ ਇੰਨੀਆਂ ਆਉਣਗੀਆਂ ਨਹੀਂ, ਪਰ ਤੁਹਾਨੂੰ ਉਂਝ ਪਤਾ ਹੋਣੀਆਂ ਚਾਹੀਦੀਆਂ। ਉਦੋਂ ਬਾਅਦ ਆਪਣੇ ਕੋਲ ਫਿਰ ਆਊਗਾ ਅੱਗੇ ਬਈ ਹਾਂ ਮੋਸ਼ਨ ਕਿੰਨੀ ਪ੍ਰਕਾਰ ਦਾ ਹੁੰਦਾ, ਟਾਈਪਸ ਆਫ ਮੋਸ਼ਨ, ਗਤੀ ਕਿੰਨੀਆਂ ਕਿਸਮਾਂ ਦੀ ਹੁੰਦੀ ਆ। ਇਹ 3 ਕਿਸਮਾਂ ਦੀ ਹੁੰਦੀ ਹੈ ਜੀ। ਅੱਗੇ ਪਹਿਲਾ ਆ ਜਾਂਦਾ ਰੇਖਾਂਸ਼ੀ ਮੋਸ਼ਨ, ਰੇਖਾਂਸ਼ੀ ਸਵੇਗ। ਉਦੋਂ ਬਾਅਦ ਦੂਜਾ ਆ ਜਾਂਦਾ ਜੀ ਆਪਣੇ ਕੋਲੇ ਸਰਕੂਲਰ ਮੋਸ਼ਨ, ਅਤੇ ਤੀਜਾ ਆ ਜਾਂਦਾ ਕੰਪਨ ਵਾਲਾ ਮੋਸ਼ਨ। ਇੰਗਲਿਸ਼ ਵਿੱਚ ਕਹਿੰਦੇ ਇਹਨਾਂ ਨੂੰ ਲੀਨੀਅਰ ਮੋਸ਼ਨ, ਸਰਕੂਲਰ ਮੋਸ਼ਨ ਐਂਡ ਵਾਈਬਰੇਟਰੀ ਮੋਸ਼ਨ। ਚਲੋ ਆਪਾਂ ਅਗਲੇ ਪੇਜ 'ਤੇ ਤੁਹਾਨੂੰ ਐਕਸਪਲੇਨ ਕਰਦੇ ਹਾਂ। ਸਭ ਤੋਂ ਪਹਿਲਾਂ ਆਪਣੇ ਕੋਲ ਆਉਂਦਾ ਜੀ ਲੀਨੀਅਰ ਮੋਸ਼ਨ, ਰੇਖਾਂਸ਼ੀ ਸਵੇਗ। ਇਹਦੇ ਤੋਂ ਸਿਰਫ ਸਿੰਪਲ ਮਤਲਬ ਇਹਦਾ ਇਹ ਆ ਜਦੋਂ ਕੋਈ ਵੀ ਵਸਤੂ ਹੈ ਜਿਹੜੀ ਉਹ ਸਿੱਧੀ ਰੇਖਾ ਵਿੱਚ ਚੱਲ ਰਹੀ ਹੋਵੇ। ਲਾ ਲਓ ਹੁਣ ਜਿਵੇਂ ਇੱਥੇ ਆ ਬੰਦਾ ਬਣਿਆ ਹੋਇਆ, ਇਹ ਸਿੱਧੀ ਰੇਖਾ ਵਿੱਚ ਚੱਲ ਰਿਹਾ, ਟਾਈਮ ਦੇ ਨਾਲ ਇਹ ਇੱਥੇ ਆ ਗਿਆ। ਲਾ ਲਓ ਬਈ 1 ਸਕਿੰਟ ਪਹਿਲਾਂ ਇੱਥੇ ਸੀਗਾ, ਬਾਅਦ 'ਚ ਜਦੋਂ 3 ਸਕਿੰਟ ਹੋ ਗਏ ਉਦੋਂ ਬਾਅਦ ਇੱਥੇ ਆ ਗਿਆ। ਇਹ ਮਤਲਬ ਕਿ ਇਹਦੀ ਸਥਿਤੀ ਚੇਂਜ ਹੋ ਗਈ ਟਾਈਮ ਨਾਲ। ਇਹ ਸਿੱਧੀ ਰੇਖਾ ਵਿੱਚ ਸਥਿਤੀ ਚੇਂਜ ਹੋਈ ਆ, ਤਾਂ ਇਹਦਾ ਮਤਲਬ ਹੈ ਕਿ ਇਹ ਲੀਨੀਅਰ ਮੋਸ਼ਨ ਆ, ਭਾਵ ਰੇਖਾਂਸ਼ੀ ਸਵੇਗ ਆ। ਉਦੋਂ ਬਾਅਦ ਅੱਗੇ ਆਪਣੇ ਕੋਲ ਆਉਂਦਾ ਜੀ ਸਰਕੂਲਰ ਮੋਸ਼ਨ, ਆਕਾਰ ਜਿਹੜਾ ਗਤੀ ਹੁੰਦੀ ਆ। ਇਹਦੇ ਤੋਂ ਭਾਵ ਹੁੰਦਾ ਵੀ ਜਦੋਂ ਕੋਈ ਵੀ ਵਸਤੂ ਆ ਜਿਹੜੀ ਉਹ ਚੱਕਰ ਦੀ ਫੋਰਮ ਵਿੱਚ ਚੱਲ ਰਹੀ ਹੋਵੇ, ਚੱਕਰ ਦੀ ਫੋਰਮ ਵਿੱਚ ਉਹਦਾ ਮੋਸ਼ਨ ਹੋ ਰਿਹਾ ਹੋਵੇ, ਤਾਂ ਉਹਨੂੰ ਆਪਾਂ ਕਹਾਂਗੇ ਸਰਕੂਲਰ ਮੋਸ਼ਨ। ਇਹਦੇ ਐਗਜ਼ਾਮਪਲ ਬਹੁਤ ਵਧੀਆ। ਆਪਣੀ ਜਿਹੜੀ ਧਰਤੀ ਆ ਉਹ ਸੂਰਜ ਦਾ ਚੱਕਰ ਲਾਉਂਦੀ ਆ, ਅਤੇ ਇਹ ਜਿਹੜਾ ਮੋਸ਼ਨ ਆਪਣੀ ਧਰਤੀ ਦਾ ਸੂਰਜ ਦੇ ਦੁਆਲੇ, ਆਪਾਂ ਇਹਨੂੰ ਕਹਾਂਗੇ ਚੱਕਰਾਕਾਰ ਮੋਸ਼ਨ। ਆਪਣੀ ਧਰਤੀ ਸੂਰਜ ਦੇ ਦੁਆਲੇ ਚੱਕਰਾਕਾਰ ਗਤੀ ਵਿੱਚ ਘੁੰਮ ਰਹੀ ਆ, ਤਾਂ ਕਰਕੇ ਇਹਨੂੰ ਆਪਾਂ ਸਰਕੂਲਰ ਮੋਸ਼ਨ ਕਹਾਂਗੇ। ਉਸ ਤੋਂ ਬਾਅਦ ਆਪਣੇ ਕੋਲ ਤੀਜੇ ਨੰਬਰ 'ਤੇ ਆ ਜਾਂਦਾ ਜੀ ਵਾਈਬਰੇਟਰੀ ਮੋਸ਼ਨ, ਕੰਪਨ ਵਾਲਾ ਮੋਸ਼ਨ। ਹੁਣ ਇਹਦਾ ਮਤਲਬ ਕੀ ਹੈ? ਇਹਦਾ ਭਾਵ ਇਹ ਹੈ ਜਦੋਂ ਕੋਈ ਵੀ ਆਬਜੈਕਟ ਜਾਂ ਫਿਰ ਕੋਈ ਬੋਡੀ, ਮੰਨ ਲਓ ਵੀ ਕੋਈ ਵੀ ਆਬਜੈਕਟ ਆ, ਕੋਈ ਵਸਤੂ ਆ, ਉਹਦਾ ਇੱਕ ਪਾਰਟ ਤਾਂ ਫਿਕਸ ਰਵੇ, ਮਤਲਬ ਕਿ ਇੱਕ ਪਾਰਟ ਹੁੰਦਾ ਨਾ ਹਿੱਲੇ, ਅਤੇ ਜਿਹੜਾ ਦੂਜਾ ਪਾਰਟ ਆ ਉਹਦਾ ਬੋਡੀ ਦਾ ਉਹ ਉੱਤੇ ਥੱਲੇ ਜਾਵੇ ਜਾਂ ਫਿਰ ਅੱਗੇ ਪਿੱਛੇ ਲਾ ਲਓ। ਹੁਣ ਇਹਦੀ ਆਪਣੇ ਕੋਲ ਐਗਜ਼ਾਮਪਲ ਨਾਲ ਤੁਹਾਨੂੰ ਜ਼ਿਆਦਾ ਸਮਝ ਲੱਗੂਗਾ। ਬਹੁਤ ਵਧੀਆ ਐਗਜ਼ਾਮਪਲ ਆ। ਲਾ ਲਓ ਸਪਰਿੰਗ ਆ, ਇੱਕ ਪਾਸੇ ਤਾਂ ਆਹ ਕੰਧ ਨਾਲ ਲੱਗਾ ਹੋਇਆ ਸਪਰਿੰਗ ਆਪਣੇ ਕੋਲ, ਅਤੇ ਆਪਾਂ ਦੂਜੇ ਪਾਸੇ ਸਪਰਿੰਗ 'ਤੇ ਉਹ ਲਾਤਾ, ਕੋਈ ਭਾਰ ਟੰਗਤਾ, ਕੋਈ ਮਾਸ ਟੰਗਤਾ। ਹੁਣ ਜਦੋਂ ਆਪਾਂ ਛੱਡ ਦਾਂਗੇ ਸਪਰਿੰਗ ਨੂੰ ਤਾਂ ਸਪਰਿੰਗ ਥੱਲੇ ਜਾਊਗਾ, ਬਾਅਦ 'ਚ ਜਦੋਂ ਥੱਲੇ ਪਹੁੰਚ ਗਏ ਜਮਾਂ ਉਦੋਂ ਬਾਅਦ ਫਿਰ ਉੱਤੇ ਆ ਜਾਊਗਾ। ਹੁਣ ਇਹਦੀ ਆਹ ਮੇਨ ਪੋਜੀਸ਼ਨ ਸੀਗੀ, ਰੈਸਟ 'ਤੇ ਸੀਗਾ। ਜਦੋਂ ਆਪਾਂ ਇਹਨੂੰ ਛੱਡਤਾ ਇਹ ਉੱਤੇ ਥੱਲੇ ਜਾ ਰਿਹਾ ਆਪਦੀ ਮੇਨ ਪੋਜੀਸ਼ਨ 'ਤੇ, ਅਤੇ ਇਹਦਾ ਜਿਹੜਾ ਇੱਕ ਪਾਸਾ ਇਹ ਸਪਰਿੰਗ ਦਾ ਉਹ ਫਿਕਸ ਆ, ਤਾਂ ਇਸੇ ਕਰਕੇ ਆਪਾਂ ਇਸ ਮੋਸ਼ਨ ਨੂੰ ਕਹਾਂਗੇ ਵਾਈਬਰੇਟਰੀ ਮੋਸ਼ਨ। ਇਸੇ ਪ੍ਰਕਾਰ ਦੇ ਮੋਸ਼ਨ ਨੂੰ ਆਪਾਂ ਵਾਈਬਰੇਟਰੀ ਮੋਸ਼ਨ, ਕੰਪਨ ਵਾਲਾ ਮੋਸ਼ਨ ਕਹਿੰਦੇ ਹਾਂ। ਅਤੇ ਹੁਣ ਇਹਦੀਆਂ ਹੋਰ ਐਗਜ਼ਾਮਪਲਸ ਵੀ ਹੈਗੀਆਂ, ਜਿਵੇਂ ਪੈਂਡੂਲਮ, ਹੱਥ ਘੜੀ। ਇਹ ਹੁੰਦੀ ਹੈ ਜਿਵੇਂ ਇਹਦੇ ਵਿੱਚ ਜਿਹੜਾ ਆਹ ਇਹਦਾ ਉੱਪਰਲਾ ਹਿੱਸਾ ਤਾਂ ਜਿਹੜਾ ਹੁੰਦਾ ਘੜੀ ਦਾ ਇਹ ਫਿਕਸ ਰਹਿੰਦਾ, ਅਤੇ ਜਿਹੜਾ ਆਹ ਹੇਠਲਾ ਹਿੱਸਾ ਜਿਹਦੇ 'ਤੇ ਬਣਿਆ ਹੁੰਦਾ ਵੱਡਾ ਸਾਰਾ ਗੋਲ ਜਿਹਾ, ਇਹ ਅੱਗੇ ਪਿੱਛੇ ਜਾਂਦਾ, ਇੱਧਰ ਹੋ ਗਿਆ, ਇੱਧਰ ਹੋ ਗਿਆ, ਆਹ ਇਹਦੀ ਮੇਨ ਪੋਜੀਸ਼ਨ ਹੋ ਗਈ। ਇਹ ਸੀਗਾ ਜੀ ਆਪਣੇ ਕੋਲ ਵਾਈਬਰੇਟਰੀ ਮੋਸ਼ਨ। ਉਦੋਂ ਬਾਅਦ ਆਪਣਾ ਫਿਰ ਮੇਨ ਕੰਮ ਸ਼ੁਰੂ ਹੋ ਜਾਂਦਾ ਫਿਜ਼ੀਕਲ ਕੁਆਂਟੀਟੀਜ਼, ਵੀ ਇਹ ਕਿੰਨੀਆਂ ਪ੍ਰਕਾਰ ਦੀਆਂ ਹੁੰਦੀਆਂ।
ਇਹ ਤੁਹਾਨੂੰ ਪਤਾ ਹੋਣਾ ਚਾਹੀਦਾ, ਕਿਉਂਕਿ ਅੱਗੇ ਜਦੋਂ ਐਕਸਪਲੇਨ ਕਰਾਂਗੇ ਤੁਹਾਨੂੰ ਐਕਸਲਰੇਸ਼ਨ, ਵੈਲੋਸਿਟੀ, ਸਪੀਡ ਜਾਂ ਡਿਸਪਲੇਸਮੈਂਟ, ਇਹ ਅੱਗੇ ਤੁਹਾਨੂੰ ਕੰਮ ਆਊਗਾ। ਜਿਹੜੇ ਫਿਜ਼ੀਕਲ ਕੁਆਂਟੀਟੀਜ਼ ਹੈ ਇਹ ਦੋ ਤਰ੍ਹਾਂ ਦੀਆਂ ਹੁੰਦੀਆਂ ਜੀ, ਸਕੇਲਰ ਅਤੇ ਵੈਕਟਰ। ਸਕੇਲਰ ਕੁਆਂਟੀਟੀਜ਼ ਪੰਜਾਬੀ ਵਿੱਚ ਕਹਿੰਦੇ ਹਾਂ ਆਪਾਂ ਆਦਿਸ਼ ਕੁਆਂਟੀਟੀਜ਼, ਅਤੇ ਆਦਿਸ਼ ਰਾਸ਼ੀਆਂ ਅਤੇ ਦੂਜੀਆਂ ਹੁੰਦੀਆਂ ਨੇ ਸਦਿਸ਼ ਰਾਸ਼ੀਆਂ। ਜਿਹੜੇ ਸਕੇਲਰ ਕੁਆਂਟੀਟੀਜ਼ ਹੁੰਦੀਆਂ ਆਪਣੇ ਕੋਲ ਆਦਿਸ਼ ਰਾਸ਼ੀਆਂ, ਇਹਨਾਂ ਤੋਂ ਸਿੰਪਲ ਭਾਵ ਇਹ ਹੁੰਦਾ ਜੀ, ਇਹ ਉਹ ਰਾਸ਼ੀਆਂ ਹੁੰਦੀਆਂ, ਇਹ ਉਹ ਕੁਆਂਟੀਟੀਜ਼ ਹੁੰਦੀਆਂ ਜਿਨ੍ਹਾਂ ਕੋਲੇ ਆਪਦੀ ਪਾਵਰ ਤਾਂ ਹੁੰਦੀ ਆ, ਮੈਗਨੀਟਿਊਡ ਤਾਂ ਹੁੰਦਾ, ਪਰ ਉਹਨਾਂ ਵਿੱਚ ਆਪਾਂ ਨੂੰ ਡਾਇਰੈਕਸ਼ਨ ਨਹੀਂ ਦਿੱਤੀ ਹੁੰਦੀ ਬਈ ਹਾਂ ਉਹ ਪਾਵਰ ਕਿੱਧਰ ਨੂੰ ਜਾ ਰਹੀ ਆ, ਮਤਲਬ ਉਹ ਮੈਗਨੀਟਿਊਡ ਕਿੱਧਰ ਨੂੰ ਜਾ ਰਿਹਾ। ਹੁਣ ਲਾ ਲਓ ਕਿਸੇ ਵਸਤੂ ਦਾ ਭਾਰ ਆ 60 ਕਿਲੋ ਦਾ ਕੋਈ ਬਾਕਸ ਪਿਆ ਹੋਇਆ, ਹੁਣ ਇਹਦਾ ਭਾਰ 60 ਕਿਲੋ ਆ। ਹੁਣ ਆਪਾਂ ਭਾਰ ਨੂੰ ਐਂ ਤਾਂ ਨਹੀਂ ਕਹਿੰਦੇ ਵੀ ਹਾਂ ਇਹਦਾ ਭਾਰ 60 ਕਿਲੋ ਸੱਜੇ ਪਾਸੇ ਆ ਜਾਂ ਖੱਬੇ ਪਾਸੇ ਆ। ਇਸ ਤਰ੍ਹਾਂ ਜਿਹੜੀ ਵਸਤੂ ਕੋਲੇ ਡਾਇਰੈਕਸ਼ਨ ਨਹੀਂ ਹੁੰਦੀ, ਦਿਸ਼ਾ ਨਹੀਂ ਹੁੰਦੀ, ਪਰ ਉਹਦੇ ਕੋਲੇ ਆਹ ਪਾਵਰ ਹੁੰਦੀ ਆ ਮੂਰਲੀ, ਲਾ ਲਓ ਆਹ ਵਾਲੀ। ਅਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਆਪਣੇ ਕੋਲੇ ਕੁਆਂਟੀਟੀਜ਼ ਹੁੰਦੀਆਂ, ਇਹਨਾਂ ਨੂੰ ਆਪਾਂ ਆਦਿਸ਼ ਰਾਸ਼ੀਆਂ ਕਹਿੰਦੇ ਹਾਂ। ਆਦਿਸ਼ ਭਾਵ ਸਕੇਲਰ ਕੁਆਂਟੀਟੀਜ਼। ਉਹਦੇ ਬਾਅਦ ਆਪਣੇ ਕੋਲ ਅੱਗੇ ਆ ਜਾਂਦਾ ਜੀ, ਅੱਗੇ ਆ ਗਿਆ ਵੈਕਟਰ ਕੁਆਂਟੀਟੀਜ਼, ਸਦਿਸ਼ ਰਾਸ਼ੀਆਂ। ਹੁਣ ਇਹ ਉਹਦੇ ਤੋਂ ਥੋੜ੍ਹਾ ਜਿਹਾ ਉਲਟ ਹੁੰਦਾ। ਇਹਦੇ ਵਿੱਚ ਆਪਣੇ ਕੋਲ ਜਿਹੜੀ ਉਹ ਹੁੰਦੀ ਆ ਕੁਆਂਟੀਟੀ, ਉਹਦੇ ਕੋਲ ਪਾਵਰ ਵੀ ਹੁੰਦੀ ਆ, ਭਾਵ ਮੈਗਨੀਟਿਊਡ, ਅਤੇ ਨਾਲ ਨਾਲ ਉਹਦੇ ਕੋਲ ਦਿਸ਼ਾ ਵੀ ਦਿੱਤੀ ਗਈ ਹੁੰਦੀ ਹੈ। ਜਿਹੜੀ ਕੋਈ ਵੀ ਕੁਆਂਟੀਟੀ ਜੇ ਉਹਦੇ ਕੋਲ ਪਾਵਰ ਵੀ ਹੈਗੀ ਆ ਅਤੇ ਦਿਸ਼ਾ ਵੀ ਹੈਗੀ ਆ, ਤਾਂ ਉਹ ਕੁਆਂਟੀਟੀਜ਼ ਆ ਜਿਹੜੀਆਂ ਉਹਨਾਂ ਨੂੰ ਆਪਾਂ ਵੈਕਟਰ ਕੁਆਂਟੀਟੀਜ਼ ਕਹਾਂਗੇ, ਭਾਵ ਸਦਿਸ਼ ਰਾਸ਼ੀਆਂ। ਹੁਣ ਇਹਦੀ ਐਗਜ਼ਾਮਪਲ ਬਹੁਤ ਵਧੀਆ ਜੀ, ਆਹ ਵੇਖ ਲਓ। ਹੁਣ ਇੱਥੇ ਆ ਕੋਈ ਬੰਦਾ ਖੜਾ ਹੋਇਆ, ਤਾਂ ਉਹ ਬਾਕਸ ਨੂੰ ਧੱਕਾ ਲਾ ਰਿਹਾ। ਹੁਣ ਇਹ ਬਾਕਸ ਨੂੰ ਧੱਕਾ ਇਸ ਲੋਟ ਲਾ ਰਿਹਾ, ਲਾ ਲਓ ਇੱਧਰ ਉੱਤਰ ਆ। ਹੁਣ ਆਪਾਂ ਐਂ ਕਹਾਂਗੇ ਬਈ ਹਾਂ ਇਹ ਬੰਦਾ ਜਿਹੜਾ ਇਹ ਕਿਸੇ ਵੀ ਜਿਹੜਾ ਬਾਕਸ ਆ ਇਹਨੂੰ ਕਿਸੇ ਪਾਵਰ ਦੇ ਨਾਲ ਉੱਤਰ ਦੀ ਦਿਸ਼ਾ ਵੱਲ ਧੱਕਾ ਲਾ ਰਿਹਾ। ਤਾਂ ਇਹਦੇ ਵਿੱਚ ਹੁਣ ਆਪਣੇ ਕੋਲ ਆ ਫੋਰਸ ਵੀ ਆ ਗਈ। ਫੋਰਸ ਦਾ ਕੋਈ ਵੀ ਨੰਬਰ ਲਾ ਲਓ, ਵੀ ਉਹ 5 ਨਿਊਟਨ ਲਾ ਲਓ, ਚੱਲ 5 ਨਿਊਟਨ ਨਾਲ ਉੱਤਰ ਦਿਸ਼ਾ ਵੱਲ ਧੱਕਾ ਲਾ ਰਿਹਾ। ਹੁਣ ਇਹਦੇ ਵਿੱਚ ਇਹਦੇ ਕੋਲ ਪਾਵਰ ਵੀ ਹੈਗੀ ਸੀਗੀ ਅਤੇ ਆਹ ਦਿਸ਼ਾ ਵੀ ਹੈਗੀ ਸੀਗੀ। ਇਸੇ ਕਰਕੇ ਆਪਾਂ ਇਹਨਾਂ ਨੂੰ ਕਹਾਂਗੇ ਵੈਕਟਰ ਕੁਆਂਟੀਟੀਜ਼। ਹੁਣ ਇੱਕ ਇੰਪੋਰਟੈਂਟ ਗੱਲ, ਜਿਹੜੀਆਂ ਵੈਕਟਰ ਕੁਆਂਟੀਟੀਜ਼ ਹੁੰਦੀਆਂ, ਜਿਹੜੀਆਂ ਵੈਕਟਰ ਕੁਆਂਟੀਟੀਜ਼ ਹੁੰਦੀਆਂ ਜੀ, ਉਹਨਾਂ ਕੋਲੇ ਜਦੋਂ ਆਪਾਂ ਕੋਈ ਵੈਕਟਰ ਕੁਆਂਟੀਟੀ ਲਿਖਣੀ ਆ, ਲਾ ਲਓ ਫੋਰਸ ਲਾ ਲਓ, ਆਪਾਂ ਇਹਨੂੰ ਐਫ ਨਾਲ ਡਿਨੋਟ ਕਰਦੇ ਹਾਂ, ਐਫ ਲਿਖਦੇ ਹਾਂ, ਤਾਂ ਇਹਦੇ ਉੱਤੇ ਹਮੇਸ਼ਾ ਆ ਲੱਗੂਗਾ ਵੈਕਟਰ ਦਾ ਸਾਈਨ। ਜਿਹੜੀ ਸਕੇਲਰ ਕੁਆਂਟੀਟੀ ਹੋਊਗੀ, ਸਕੇਲਰ ਕੁਆਂਟੀਟੀ ਲਾ ਲਓ ਆਪਣੇ ਕੋਲ, ਸਕੇਲਰ ਕੁਆਂਟੀਟੀ ਜਿਹੜੀ ਐਗਜ਼ਾਮਪਲ ਹੈਗੀ ਆ ਆਹੀ ਲਾ ਲਓ, ਪਿੱਛੇ ਜਿਵੇਂ ਆਪਾਂ ਦਿਖਾਇਆ ਸੀ ਤੁਹਾਨੂੰ ਮਾਸ ਜਾਂ ਫਿਰ ਟੈਂਪਰੇਚਰ ਹੋ ਗਿਆ। ਜਦੋਂ ਆਪਾਂ ਇਹ ਲਿਖਾਂਗੇ, ਇਹਨਾਂ ਨੂੰ ਡਿਨੋਟ ਕਰਾਂਗੇ, ਤਾਂ ਇਹਨਾਂ ਦੇ ਉੱਤੇ ਕੋਈ ਵੈਕਟਰ ਦਾ ਸਾਈਨ ਨਹੀਂ ਆਊਗਾ। ਅਤੇ ਹੋਰ ਇੱਕ ਇੰਪੋਰਟੈਂਟ ਗੱਲ, ਜਿਹੜੀਆਂ ਵੈਕਟਰ ਕੁਆਂਟੀਟੀਜ਼ ਹੁੰਦੀਆਂ ਇਹ ਪੋਜ਼ੀਟਿਵ ਵੀ ਹੋ ਸਕਦੀਆਂ ਅਤੇ ਨੈਗੇਟਿਵ ਵੀ ਹੋ ਸਕਦੀਆਂ, ਭਾਵ ਧਨਾਤਮਕ ਵੀ ਹੋ ਸਕਦੀਆਂ ਅਤੇ ਰਿਣਾਤਮਕ ਵੀ ਹੋ ਸਕਦੀਆਂ। ਹੁਣ ਜਿਹੜੀਆਂ ਸਕੇਲਰ ਕੁਆਂਟੀਟੀਜ਼ ਹੁੰਦੀਆਂ ਧਨਾਤਮਕ ਹੁੰਦੀਆਂ, ਇਹ ਕਦੇ ਵੀ ਰਿਣਾਤਮਕ ਨਹੀਂ ਹੁੰਦੀਆਂ। ਆਪਣੇ ਕੋਲ ਆਉਂਦਾ ਹੀ ਅਗਲਾ ਟੌਪਿਕ, ਇਹ ਹੈਗਾ ਡਿਸਟੈਂਸ, ਦੂਰੀ। ਕਿਸੇ ਵੀ ਆਬਜੈਕਟ ਦੁਆਰਾ ਦੋ ਪੁਆਇੰਟਾਂ ਦੇ ਵਿੱਚ ਅਸਲ ਦੂਰੀ ਤੈਅ ਕੀਤੀ ਗਈ, ਜਿਹੜੀ ਉਹਨੂੰ ਆਪਾਂ ਡਿਸਟੈਂਸ ਕਹਿੰਦੇ ਹਾਂ, ਦੂਰੀ ਕਹਿੰਦੇ ਹਾਂ। ਇਹ ਇੱਕ ਸਕੇਲਰ ਕੁਆਂਟੀਟੀ ਹੈ ਜੀ। ਇਹਦੀ ਵੈਲਿਊ ਜਿਹੜੀ ਡਿਸਟੈਂਸ ਕਦੇ ਵੀ ਇਹ ਧਨਾਤਮਕ ਹੋ ਸਕਦਾ, 0 ਹੋ ਸਕਦਾ, ਪਰ ਇਹ ਕਦੇ ਵੀ ਰਿਣਾਤਮਕ ਨਹੀਂ ਹੋ ਸਕਦਾ। ਹੁਣ ਤੁਹਾਨੂੰ ਐਗਜ਼ਾਮਪਲ ਨਾਲ ਸਮਝਾਉਂਦੇ ਹਾਂ ਵੀ ਡਿਸਟੈਂਸ ਹੁੰਦਾ ਕੀ ਐਕਚੁਅਲ ਵਿੱਚ। ਹੁਣ ਲਾ ਲਓ ਇੱਥੇ ਕੋਈ ਵੀ ਬੰਦਾ ਖੜਾ ਹੋਇਆ ਇੱਕ ਪੁਆਇੰਟ 'ਤੇ, ਹੁਣ ਇਹਨੇ ਆਹ ਸਾਰਾ ਉੱਬੜ ਖਾਬੜ ਜਿਹਾ ਰਾਹ ਉੱਤੇ ਥੱਲੇ ਜਾ ਕੇ ਲਾ ਲਓ ਇੱਥੋਂ ਤੱਕ ਪਹੁੰਚਿਆ ਇਹ B ਪੁਆਇੰਟ ਤੱਕ। ਹੁਣ ਇਸ ਪਾਥ ਦੀ ਜਿਹੜੀ ਐਕਚੁਅਲ ਲੈਂਥ ਸੀਗੀ ਆਹ ਉੱਤੇ ਟੋਏ ਟਿੱਬੇ ਜਿਹੇ ਵੀ ਰਲਾ ਕੇ, ਇਹ ਸੀਗੀ 8 ਕਿਲੋਮੀਟਰ। ਹੁਣ ਇਸ ਵਿਅਕਤੀ ਦੁਆਰਾ ਜਿਹੜੀ ਦੂਰੀ ਤੈਅ ਕੀਤੀ ਗਈ, ਅਸਲ ਦੂਰੀ ਤੈਅ ਕੀਤੀ ਗਈ, ਉਹ ਸੀਗੀ 8 ਕਿਲੋਮੀਟਰ।
ਹੁਣ ਇਸ ਆਪਾਂ ਦੂਰੀ ਤੈਅ ਜਿਹੜੀ ਇਸ ਵਿਅਕਤੀ ਨੇ ਕੀਤੀ ਹੈ ਇਹਨੂੰ ਆਪਾਂ ਕਹਾਂਗੇ ਡਿਸਟੈਂਸ। ਇਹ ਸਕੇਲਰ ਕੁਆਂਟੀਟੀ ਆ। ਤੇ ਉਦੋਂ ਉਲਟ ਹੁਣ ਜਿਹੜੀ ਡਿਸਪਲੇਸਮੈਂਟ ਆ, ਡਿਸਪਲੇਸਮੈਂਟ ਤੋਂ ਭਾਵ ਕਿਸੇ ਵੀ ਦੋ ਬਿੰਦੂਆਂ ਦੇ ਵਿੱਚ ਘੱਟ ਤੋਂ ਘੱਟ ਦੂਰੀ ਤੈਅ ਕੀਤੀ ਗਈ ਕਿਸੇ ਵਿਅਕਤੀ ਜਾਂ ਕਿਸੇ ਆਬਜੈਕਟ ਦੇ ਦੁਆਰਾ, ਉਹਨੂੰ ਆਪਾਂ ਡਿਸਪਲੇਸਮੈਂਟ ਕਹਿੰਦੇ ਆ। ਇਹਨੂੰ ਪੰਜਾਬੀ 'ਚ ਕਹਿੰਦੇ ਜੀ ਵਿਸਥਾਪਨ। ਹੁਣ ਇਹ ਜਿਹੜੀ ਹੈ ਇਹ ਇੱਕ ਵੈਕਟਰ ਕੁਆਂਟੀਟੀ ਆ। ਇਹ ਪੋਜ਼ੀਟਿਵ ਵੀ ਹੋ ਸਕਦੀ ਆ, ਨੈਗੇਟਿਵ ਵੀ ਹੋ ਸਕਦੀ ਹੈ, ਅਤੇ ਜ਼ੀਰੋ ਵੀ ਹੋ ਸਕਦੀ ਹੈ। ਹੁਣ ਲਾ ਲਓ ਉਹੀ ਵਿਅਕਤੀ ਆ ਇੱਥੇ, ਹੁਣ ਇਹਨੇ ਡਿਸਟੈਂਸ, ਇਹ ਰਸਤਾ ਤਾਂ ਜਿਹੜਾ ਸੀਗਾ ਇਹ 8 ਕਿਲੋਮੀਟਰ ਦਾ ਸੀਗਾ ਸਹੀ, ਪਰ ਜੇ ਆਪਾਂ ਇਹਦਾ ਡਿਸਟੈਂਸ ਵੇਖੀਏ, ਡਿਸਟੈਂਸ 8 ਕਿਲੋਮੀਟਰ ਸੀਗਾ। ਹੁਣ ਆਪਾਂ ਜੇ ਇਹਦੀ ਡਿਸਪਲੇਸਮੈਂਟ ਵੇਖੀਏ, ਵਿਸਥਾਪਨ ਵੇਖੀਏ, ਤਾਂ ਵਿਸਥਾਪਨ ਜਿਹੜਾ ਉਹ 5 ਕਿਲੋਮੀਟਰ ਦਾ ਹੀ ਰਹਿ ਜਾਊਗਾ। ਇਹ ਜਿਹੜੇ ਆਹ ਟੋਏ ਟਿੱਬੇ ਆ ਇਹ ਵਿੱਚੋਂ ਕੱਟੇ ਜਾਣਗੇ। ਜਿਹੜਾ ਸਿੱਧਾ ਰਾਸਤਾ, ਸਿੱਧੀ ਸਟੇਟ ਲਾਈਨ ਆ A ਤੋਂ B ਤੱਕ ਦੀ ਦੂਰੀ ਉਹ ਹੈਗੀ 5 ਕਿਲੋਮੀਟਰ। ਹੁਣ ਇਹ ਤਾਂ ਚੱਲਿਆ 8 ਕਿਲੋਮੀਟਰ, ਪਰ ਜਿਹੜਾ ਸ਼ਾਰਟੈਸਟ ਪਾਥ ਆ A ਤੋਂ B ਤੱਕ ਦਾ ਉਹ ਹੈਗਾ ਜੀ 5 ਕਿਲੋਮੀਟਰ। ਤਾਂ ਇਸੇ ਕਰਕੇ ਆਪਾਂ ਇਹਦਾ ਕਹਾਂਗੇ ਡਿਸਪਲੇਸਮੈਂਟ 5 ਕਿਲੋਮੀਟਰ। ਇਹ ਦੋਵੇਂ ਹੁਣ ਉਲਟ ਹੋ ਗਏ। ਜਿਹੜਾ ਡਿਸਟੈਂਸ ਆ ਉਹ 8 ਕਿਲੋਮੀਟਰ ਬਣ ਗਿਆ, ਪਰ ਜਿਹੜਾ ਡਿਸਪਲੇਸਮੈਂਟ ਉਹ 5 ਹੀ ਰਹਿ ਗਿਆ। ਇਸੇ ਕਰਕੇ ਕਹਿੰਦੇ ਇਹ ਸ਼ਾਰਟੈਸਟ ਪਾਥ ਹੁੰਦਾ, ਪਰ ਜਿਹੜਾ ਆਹ ਡਿਸਟੈਂਸ ਆ ਇਹ ਐਕਚੁਅਲ ਪਾਥ ਹੁੰਦਾ ਜਿਹੜਾ ਕਿਸੇ ਵਿਅਕਤੀ ਨੇ ਜਾਂ ਕਿਸੇ ਆਬਜੈਕਟ ਨੇ ਤੈਅ ਕੀਤਾ ਹੁੰਦਾ ਕਿਸੇ ਵੀ ਰਸਤੇ ਦੇ ਉੱਤੇ। ਹੁਣ ਲਾ ਲਓ ਜਿਵੇਂ ਆਪਾਂ ਇੱਥੇ ਇੱਕ ਸਰਕਲ ਵਾ ਲੈਂਦੇ ਹਾਂ, ਆਹ ਸਰਕਲ ਵਾ ਲਿਆ ਜੀ। ਹੁਣ ਜਿਹੜਾ ਆਹ ਬੰਦਾ ਇੱਕ, ਹੁਣ ਇਹ ਬੰਦਾ ਜਿਹੜਾ ਸਰਕਲ ਦਾ ਇੱਥੋਂ ਚੱਲ ਕੇ ਤੇ ਵਾਪਸ ਇੱਥੇ ਆ ਗਿਆ। ਹੁਣ ਜਿਹੜੀ ਇਹ ਸਰਕਲ ਦੀ ਦੂਰੀ ਹੈ ਜੀ ਇਹ ਲਾ ਲਓ ਵੀ 5 ਕਿਲੋਮੀਟਰ ਆ ਪੂਰਾ ਸਰਕਲ। ਹੁਣ ਜੇ ਆਪਾਂ ਕਹਾਂਗੇ ਬਈ ਵਿਅਕਤੀ ਨੇ ਕਿੰਨੀ ਦੂਰੀ ਤੈਅ ਕੀਤੀ ਆ ਪੂਰੀ, ਤਾਂ ਜੇ ਕੋਈ ਆਪਣੇ ਤੋਂ ਉਂਝ ਪੁੱਛੋ ਆਪਾਂ ਤਾਂ ਕਹਾਂਗੇ ਵੀ ਹਾਂ ਉਹਨੇ 5 ਕਿਲੋਮੀਟਰ ਦੂਰੀ ਤੈਅ ਕਰ ਲਈ। ਪਰ ਜੇ ਆਪਾਂ ਉਹਦਾ ਵਿਸਥਾਪਨ ਵੇਖਾਂਗੇ, ਹੁਣ ਉਹ ਸ਼ੁਰੂ ਤਾਂ ਇਸੇ ਪੁਆਇੰਟ ਤੋਂ ਹੋਇਆ ਤੇ ਫਿਰ ਆ ਵੀ ਇਸੇ ਪੁਆਇੰਟ 'ਤੇ ਗਿਆ। ਹੁਣ ਇਹਦਾ ਸ਼ਾਰਟੈਸਟ ਡਿਸਟੈਂਸ ਕਿੰਨਾ ਹੋ ਗਿਆ? ਇਹ ਤਾਂ ਉੱਥੇ ਹੀ ਆ ਗਿਆ ਉਸੇ ਪੁਆਇੰਟ 'ਤੇ। ਮਤਲਬ ਕਿ ਇਹਨੇ ਕੋਈ ਡਿਸਪਲੇਸਮੈਂਟ ਟਰੈਵਲ ਹੀ ਨਹੀਂ ਕੀਤੀ, ਇਹਦਾ ਵਿਸਥਾਪਨ 0 ਹੋ ਜਾਏਗਾ। ਇਸੇ ਕਰਕੇ ਜਿਹੜਾ ਡਿਸਟੈਂਸ ਆ ਉਹ ਤੱਕ 5 ਕਿਲੋਮੀਟਰ, ਪਰ ਜਿਹੜਾ ਇਹਦਾ ਵਿਸਥਾਪਨ ਆ ਉਹ 0 ਹੋ ਗਿਆ। ਇਸੇ ਤਰ੍ਹਾਂ ਡਿਸਟੈਂਸ ਤੇ ਡਿਸਪਲੇਸਮੈਂਟ ਹੁੰਦੀ ਹੈ। ਉਦੋਂ ਆਪਾਂ ਅਗਲੇ ਟੌਪਿਕ 'ਤੇ ਚੱਲਦੇ ਹਾਂ। ਇਹ ਤੋਂ ਬਾਅਦ ਆਪਣੇ ਕੋਲ ਅਗਲਾ ਟੌਪਿਕ ਆਉਂਦਾ ਹੈ ਜੀ ਗਤੀ, ਸਪੀਡ। ਹੁਣ ਸਪੀਡ ਦਾ ਜਿਹੜਾ ਸਿੰਪਲ ਮਤਲਬ ਹੁੰਦਾ ਕਿਸੇ ਵੀ ਵਸਤੂ ਦੁਆਰਾ ਕਿਸੇ ਨਿਸ਼ਚਿਤ ਸਮੇਂ ਵਿੱਚ ਤੈਅ ਕੀਤੀ ਗਈ ਦੂਰੀ ਨੂੰ ਸਪੀਡ ਕਹਿੰਦੇ ਆ। ਹੁਣ ਇਹਦਾ ਫਾਰਮੂਲਾ ਹੁੰਦਾ ਕਿਸੇ ਵੀ ਵਸਤੂ ਦੁਆਰਾ ਤੈਅ ਕੀਤੀ ਗਈ ਦੂਰੀ ਬਟਾ ਸਮਾਂ। ਜਿਹੜੇ ਕਿਉਂਕਿ ਇਹ ਦੋਵੇਂ ਜਿਹੜੀਆਂ ਸਕੇਲਰ ਕੁਆਂਟੀਟੀਜ਼ ਆ, ਇਸੇ ਕਰਕੇ ਜਿਹੜਾ ਆਪਣੇ ਕੋਲ ਸਪੀਡ ਆਊਗੀ ਉਹ ਵੀ ਇੱਕ ਸਕੇਲਰ ਕੁਆਂਟੀਟੀ ਆਊਗੀ। ਹੁਣ ਆਪਾਂ ਨੂੰ ਪਤਾ ਜਿਹੜਾ ਡਿਸਟੈਂਸ ਆ ਉਹ ਆਪਾਂ ਮੀਟਰ ਵਿੱਚ ਮਿਲਦੇ ਆ, SI ਯੂਨਿਟਸ ਵਿੱਚ। ਇਹ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ। ਇਹ ਇੱਥੇ ਆ ਵੇਖੋ ਦੱਸਿਆ ਸੀਗਾ, ਜਿਹੜਾ ਆਪਾਂ ਦੂਰੀ ਆ, ਲੰਬਾਈ ਆ, ਇਹਨੂੰ ਆਪਾਂ ਮੀਟਰਸ ਵਿੱਚ ਮਿਲਦੇ ਆ, ਅਤੇ ਜਿਹੜਾ ਆਪਣੇ ਕੋਲ ਸਮਾਂ ਇਹਨੂੰ ਸੈਕਿੰਡਸ ਵਿੱਚ ਮਿਲਦੇ ਆ। ਇਸੇ ਤਰ੍ਹਾਂ ਫਿਰ ਜਿਹੜਾ ਆਪਣੇ ਕੋਲ ਡਿਸਟੈਂਸ ਆਊਗਾ ਇਹਦੀ ਯੂਨਿਟ ਕੀ ਆਊਗੀ? ਦੂਰੀ ਮੀਟਰ ਵਿੱਚ ਹੋਊਗੀ, ਸਮਾਂ ਸੈਕਿੰਡਸ ਵਿੱਚ ਹੋ ਗਿਆ, ਅਤੇ ਇਹਦੀ ਯੂਨਿਟ ਨਿਕਲ ਕੇ ਆਊਗੀ ਆਪਣੇ ਕੋਲ ਮੀਟਰ ਪਰ ਸੈਕਿੰਡ, ਔਰ ਮੀਟਰ ਸੈਕਿੰਡ ਇਨਵਰਸ ਸਕੇਅਰ S ਉੱਤੇ ਜਾ ਕੇ ਮਾਈਨਸ 'ਚ ਹੋ ਜਾਊਗੀ। ਇਹ ਇੱਕ ਸਕੇਲਰ ਕੁਆਂਟੀਟੀ ਆ। ਅਤੇ ਇਹਦੀਆਂ ਜਿਹੜੀਆਂ ਅੱਗੇ ਟਾਈਪਸ ਵੀ ਹੁੰਦੀਆਂ, 3 ਤਰ੍ਹਾਂ ਦੀ ਆਪਣੇ ਕੋਲ ਸਪੀਡ ਅੱਗੇ ਦਿੱਤੀ ਜਾਂਦੀ ਹੈ, ਵੱਖ-ਵੱਖ ਤਰ੍ਹਾਂ ਦੀ। ਪਹਿਲੀ ਹੁੰਦੀ ਹੈ ਜੀ ਯੂਨੀਫਾਰਮ ਸਪੀਡ, ਇਕਸਾਰ ਗਤੀ। ਇਹਦੇ ਵਿੱਚ ਸਿੰਪਲ ਜਿਹੀ ਗੱਲ ਹੈ, ਯੂਨੀਫਾਰਮ ਸਪੀਡ ਦਾ ਮਤਲਬ ਹੁੰਦਾ ਕਿਸੇ ਨਿਸ਼ਚਿਤ ਸਮੇਂ ਵਿੱਚ ਇਕਸਾਰ ਦੂਰੀ ਤੈਅ ਕੀਤੀ ਜਾਵੇ ਇੱਕ ਨਿਸ਼ਚਿਤ ਸਮੇਂ ਵਿੱਚ। ਭਾਵ ਲਾ ਲਓ ਹੁਣ ਆਹ ਬੰਦਾ ਆ A ਤੋਂ B ਹੋ ਗਿਆ ਆਪਣੇ ਕੋਲ, ਵਿੱਚ ਲਾ ਲਓ
ਆ ਆਪਣੇ ਕੋਲ ਪੁਆਇੰਟ ਹੋ ਗਿਆ C, ਆ ਹੋ ਗਿਆ D। ਇਹਨਾਂ ਸਾਰਿਆਂ ਦੀ ਜਿਹੜੀ ਦੂਰੀ ਆ ਇਹ ਇੱਕੋ ਜਿੰਨੀ ਆ, ਲਾ ਲਓ 2 ਕਿਲੋਮੀਟਰ 2 ਕਿਲੋਮੀਟਰ ਤੇ 2 ਕਿਲੋਮੀਟਰ। ਹੁਣ ਜਿਹੜਾ ਕੋਈ ਵਿਅਕਤੀ ਆ, ਲਾ ਲਓ ਗੱਡੀ ਚਲਾ ਰਿਹਾ, ਉਹ ਜਿਹੜਾ ਪਹਿਲਾ 2 ਕਿਲੋਮੀਟਰ ਆ ਉਹ ਤੈਅ ਕਰਦਾ ਲਾ ਲਓ 5 ਮਿੰਟਾਂ ਵਿੱਚ। 5 ਮਿੰਟ ਵਿੱਚ ਉਹਨੇ 2 ਕਿਲੋਮੀਟਰ ਤੈਅ ਕਰਤਾ। ਉਦੋਂ ਬਾਅਦ ਫਿਰ ਅਗਲੇ 5 ਮਿੰਟਾਂ ਵਿੱਚ ਉਹਨੇ ਫਿਰ 2 ਕਿਲੋਮੀਟਰ ਤੈਅ ਕੀਤਾ। ਫਿਰ ਉਹਨੇ ਫਿਰ ਅਗਲੇ 5 ਮਿੰਟਾਂ ਵਿੱਚ ਫਿਰ ਉਹਨੇ 2 ਕਿਲੋਮੀਟਰ ਤੈਅ ਕੀਤਾ। ਭਾਵ ਉਹਦਾ ਇੱਕ ਨਿਸ਼ਚਿਤ ਸਮੇਂ ਵਿੱਚ ਇੱਕ ਨਿਸ਼ਚਿਤ ਦੂਰੀ ਤੈਅ ਕਰ ਰਿਹਾ। ਤਾਂ ਇਸੇ ਕਰਕੇ ਆਪਾਂ ਇਸ ਤਰ੍ਹਾਂ ਦੀ ਸਪੀਡ ਨੂੰ ਕਹਾਂਗੇ ਯੂਨੀਫਾਰਮ ਸਪੀਡ, ਮਤਲਬ ਕਿ ਉਹਦੀ ਟਾਈਮ ਦੇ ਨਾਲ ਸਪੀਡ ਚੇਂਜ ਨਹੀਂ ਹੋ ਰਹੀ। ਇੱਦੋਂ ਉਲਟ ਲਾ ਲਓ, ਯੂਨੀਫਾਰਮ ਸਪੀਡ ਆ ਗਈ, ਅਸਮਾਨ ਗਤੀ ਆ ਗਈ। ਇਹਦੇ ਵਿੱਚ ਡਿਫਰੈਂਟ ਹੋ ਜਾਊਗਾ। ਲਾ ਲਓ ਉਹਨੇ ਹੁਣ ਕੋਈ ਬੰਦਾ ਗੱਡੀ ਚਲਾ ਰਿਹਾ, ਉਹਨੇ ਪਹਿਲਾਂ ਤਾਂ ਲਾ ਲਓ ਵੀ 3 ਮਿੰਟਾਂ 'ਚ 2 ਕਿਲੋਮੀਟਰ ਕੱਢਤਾ। ਬਾਅਦ 'ਚ ਲਾ ਲਓ ਕੋਈ ਟ੍ਰੈਫਿਕ ਆ ਗਿਆ, ਉਦੋਂ ਬਾਅਦ ਉਹਨੇ 10 ਮਿੰਟ ਲਾਤੇ ਅਗਲੇ 2 ਕਿਲੋਮੀਟਰ ਟਰੈਵਲ ਕਰਨ ਵਾਸਤੇ। ਅਤੇ ਉਦੋਂ ਬਾਅਦ ਅਗਲੇ ਜਿਹੜੇ 2 ਕਿਲੋਮੀਟਰ ਸੀਗੇ ਉਹਨੇ ਲਾ ਲਓ ਫਿਰ ਵੇਲ ਮਿਲ ਗਈ ਅਤੇ ਉਹਨੇ ਫਿਰ 4 ਮਿੰਟਾਂ 'ਚ ਕਰਤੇ। ਹੁਣ ਇਹ ਜਿਹੜਾ ਅੱਡ ਡਿਸਟੈਂਸ ਉਹਨੇ ਅੱਡ ਟਾਈਮ ਵਿੱਚ ਟਰੈਵਲ ਕੀਤਾ। ਇੱਥੇ ਉਹਨੇ 3 ਮਿੰਟਾਂ 'ਚ ਕੀਤਾ ਸੀ, ਇੱਥੇ 10 ਮਿੰਟਾਂ 'ਚ, ਅਤੇ ਇੱਥੇ ਉਹਨੇ ਕੀਤਾ ਸੀਗਾ 4 ਮਿੰਟਾਂ 'ਚ। ਹੁਣ ਇਹਦਾ ਜਿਹੜੀ ਕੋਈ ਵੀ ਵਿਅਕਤੀ ਆ ਉਹਨੇ ਡਿਸਟੈਂਸ ਅੱਡ ਟਰੈਵਲ ਕੀਤਾ ਅੱਡ ਟਾਈਮ 'ਤੇ। ਇਸੇ ਕਰਕੇ ਆਪਾਂ ਇਸ ਤਰ੍ਹਾਂ ਦੀ ਸਪੀਡ ਨੂੰ ਕਹਾਂਗੇ ਨੋਨ ਯੂਨੀਫਾਰਮ ਸਪੀਡ, ਭਾਵ ਅਸਮਾਨ ਗਤੀ। ਉਦੋਂ ਬਾਅਦ ਆਪਣੇ ਕੋਲ ਤੀਜੀ ਟਾਈਪ ਆ ਜਾਂਦੀ ਹੈ ਸਪੀਡ ਦੀ, ਉਹ ਹੈਗੀ ਹੈ ਜੀ ਇੰਸਟੈਂਟੇਨੀਅਸ ਸਪੀਡ, ਭਾਵ ਤਤਕਾਲ ਗਤੀ। ਹੁਣ ਤਤਕਾਲ ਗਤੀ ਤੋਂ ਭਾਵ ਕੀ ਆ? ਮੰਨ ਲਓ ਹੁਣ ਕੋਈ ਵੀ ਬੰਦਾ ਉਹ ਇੱਥੇ ਸੀਗਾ D ਪੁਆਇੰਟ 'ਤੇ ਲਾ ਲਓ। ਹੁਣ ਆਪਾਂ ਇਸੇ ਪੁਆਇੰਟ 'ਤੇ ਪਤਾ ਕਰਨਾ ਵੀ ਹਾਂ ਇਸੇ ਪੁਆਇੰਟ 'ਤੇ ਉਸ ਬੰਦੇ ਦੀ ਇਸ ਪੁਆਇੰਟ 'ਤੇ ਕਿੰਨੀ ਸਪੀਡ ਸੀਗੀ। ਕਿਸੇ ਸਪੈਸੀਫਿਕ ਪੁਆਇੰਟ 'ਤੇ ਜਿਹੜਾ ਕਿਸੇ ਵਿਅਕਤੀ ਦੀ ਗਤੀ ਦਾ ਪਤਾ ਕਰਨਾ, ਉਹਨੂੰ ਆਪਾਂ ਕਹਿੰਦੇ ਹਾਂ ਇੰਸਟੈਂਟੇਨੀਅਸ ਸਪੀਡ। ਇਹਨੂੰ ਕਹਿੰਦੇ ਤਤਕਾਲ ਗਤੀ। ਸਪੀਡ ਔਨ ਅ ਪਰਟੀਕੂਲਰ ਟਾਈਮ ਇਜ਼ ਕਾਲਡ ਇੰਸਟੈਂਟੇਨੀਅਸ ਸਪੀਡ। ਹੁਣ ਇਹਨਾਂ ਦੇ ਯੂਨਿਟਸ ਆਪਾਂ ਧਿਆਨ ਰੱਖਣੇ ਆ, ਕਿਉਂਕਿ ਅੱਗੇ ਤੁਹਾਡੇ ਪੇਪਰ ਵਿੱਚ ਉਹ ਯੂਨਿਟਸ ਪੁੱਛ ਸਕਦੇ ਆ। ਇਹ ਵੀ ਪੁੱਛ ਸਕਦੇ ਆ ਵੀ ਹਾਂ ਇਹ ਸਕੇਲਰ ਕੁਆਂਟੀਟੀ ਹੈ ਜਾਂ ਫਿਰ ਵੈਕਟਰ ਕੁਆਂਟੀਟੀ ਹੈ। ਇਹ ਚੀਜ਼ਾਂ ਦਾ ਤੁਸੀਂ ਧਿਆਨ ਰੱਖਣਾ ਜ਼ਿਆਦਾ। ਉਦੋਂ ਆਪਣੇ ਕੋਲ ਅਗਲਾ ਟੌਪਿਕ ਆ ਜਾਂਦਾ ਜੀ ਵੈਲੋਸਿਟੀ। ਇਹਨੂੰ ਪੰਜਾਬੀ 'ਚ ਕਹਿੰਦੇ ਆ ਵੇਗ। ਹੈਗਾ ਇਹ ਬਿਲਕੁਲ ਸਪੀਡ ਦੀ ਤਰ੍ਹਾਂ, ਬਸ ਇਹਦੇ 'ਚ ਜਿਹੜਾ ਇੱਥੇ ਆਪਣੇ ਕੋਲ ਸੀਗਾ ਡਿਸਟੈਂਸ, ਜਿਹੜਾ ਸਪੀਡ ਸੀਗਾ ਇੱਥੇ ਆਪਣੇ ਕੋਲ ਡਿਸਟੈਂਸ ਸੀਗਾ ਉੱਤੇ, ਬਟ ਇਹਦੇ 'ਤੇ ਆਪਣੇ ਕੋਲ ਆ ਜਾਂਦਾ ਡਿਸਪਲੇਸਮੈਂਟ ਇਸ ਥਾਂ 'ਤੇ। ਵਿਸਥਾਪਨ ਬਟਾ ਸਮਾਂ, ਇਹਨੂੰ ਕਹਿੰਦੇ ਆ ਜੀ ਆਪਾਂ ਵੈਲੋਸਿਟੀ। ਵਿਸਥਾਪਨ ਤੋਂ ਭਾਵ ਘੱਟ ਤੋਂ ਘੱਟ ਦੂਰੀ ਤੈਅ ਕਰਨਾ ਕਿਸੇ 2 ਪੁਆਇੰਟਾਂ ਵਿੱਚ। ਕਿਉਂਕਿ ਜਿਹੜੇ ਤੁਹਾਨੂੰ ਹੁਣ ਮੋਸਟ ਆਫ ਕੇਸਿਸ ਹੈ ਜਿਹੜੇ ਉਹਨਾਂ ਵਿੱਚ ਸਵਾਲ ਤੁਹਾਨੂੰ ਸਿੰਪਲ ਹੀ ਪੁੱਛੇ ਜਾਣਗੇ ਵੀ ਹਾਂ ਸਟ੍ਰੇਟ ਲਾਈਨ ਵਿੱਚ ਟਰੈਵਲ ਕਰ ਰਿਹਾ ਕੋਈ ਵਿਅਕਤੀ। ਹੁਣ ਸਟ੍ਰੇਟ ਲਾਈਨ ਵਿੱਚ ਤਾਂ ਘੱਟ ਤੋਂ ਘੱਟ ਦੂਰੀ ਅਤੇ ਅਸਲ ਦੂਰੀ ਸੇਮ ਹੀ ਰਹਿੰਦੀ ਹੈ। ਇਸੇ ਕਰਕੇ ਮੋਸਟ ਆਫ ਦਾ ਕੇਸਿਸ ਹੈ ਜਿਹੜੇ ਉਹਨਾਂ ਵਿੱਚ ਵੈਲੋਸਿਟੀ ਅਤੇ ਜਿਹੜੀ ਤੁਹਾਡੀ ਸਪੀਡ ਆ ਉਹ ਇੱਕੋ ਜਿਹੇ ਰਹਿਣਗੇ। ਪਰ ਤੁਹਾਨੂੰ ਫਿਰ ਵੀ ਬੇਸਿਕ ਕਲੀਅਰ ਹੋਣਾ ਚਾਹੀਦਾ। ਜੇ ਉਹ ਪੁੱਛ ਲੈਣ ਬਈ ਆਹ ਗੋਲ ਚੱਕਰ ਸੀਗਾ, ਹੁਣ ਇੱਕ ਬੰਦਾ ਇੱਥੋਂ ਤੁਰ ਕੇ ਗਿਆ ਅਤੇ ਫਿਰ ਇੱਥੇ ਪਹੁੰਚ ਗਿਆ, ਹੁਣ ਇਹਦੀ ਡਿਸਪਲੇਸਮੈਂਟ ਤਾਂ 0 ਆ। ਸਪੀਡ ਹੋ ਸਕਦੀ ਕੁਛ ਨਾ ਕੁਛ, ਪਰ ਇਹਦੀ ਵੈਲੋਸਿਟੀ 0 ਹੋ ਜਾਊਗੀ, ਕਿਉਂਕਿ ਉੱਪਰ ਜੇ ਆਪਾਂ 0 ਨੂੰ ਡਿਵਾਈਡ ਕਰਾਂਗੇ ਇਹਦੇ ਨਾਲ ਤਾਂ ਟਾਈਮ ਨਾਲ 0 ਆ ਜਾਏਗਾ। ਇਹਨੂੰ ਆਪਾਂ V ਨਾਲ ਡਿਨੋਟ ਕਰਦੇ ਹਾਂ ਜੀ। ਹੁਣ ਇਹ ਕਿਉਂਕਿ ਇੱਕ ਵੈਕਟਰ ਕੁਆਂਟੀਟੀ ਆ, ਵੈਕਟਰ ਨੂੰ ਆਪਾਂ ਡਿਵਾਈਡ ਕਰ ਰਹੇ ਹਾਂ ਸਕੇਲਰ ਨਾਲ, ਵੈਕਟਰ ਕੁਆਂਟੀਟੀ ਆਏਗੀ ਆਪਣੇ ਕੋਲ। ਹੁਣ ਇਹ ਵੈਕਟਰ ਕੁਆਂਟੀਟੀ ਆਪਣੇ ਕੋਲ ਇੱਕ ਮੈਂ ਤੁਹਾਨੂੰ ਪਿੱਛੇ ਦੱਸਿਆ ਸੀ ਵੀ ਕੋਈ ਵੀ ਵੈਕਟਰ ਕੁਆਂਟੀਟੀ ਉਹਨੂੰ ਆਪਾਂ ਉੱਤੇ ਉਹਦੇ ਐਰੋ ਨਾਲ ਡਿਨੋਟ ਕਰਦੇ ਹਾਂ ਉੱਤੇ ਲਿਖ ਕੇ। ਇਹਦਾ ਹੁੰਦਾ ਹੀ ਵਿਸਥਾਪਨ ਓਵਰ ਸਮਾਂ। ਇਹਦੇ ਹੁਣ ਯੂਨਿਟ ਤਾਂ ਸੇਮ ਹੀ ਆ, ਕਿਉਂਕਿ ਡਿਸਪਲੇਸਮੈਂਟ ਵੀ ਇੱਕ ਤਰ੍ਹਾਂ ਦੀ ਲੈਂਥ ਹੀ ਆ। ਇਹਨੂੰ ਵੀ ਮੀਟਰ ਵਿੱਚ ਹੀ ਆਪਾਂ ਮਿਲਦੇ ਹਾਂ, ਜਿਹੜਾ ਸਮਾਂ ਉਹ ਤਾਂ ਆਪਣੇ ਕੋਲ ਹੁੰਦਾ ਹੀ ਸੈਕਿੰਡ ਵਿੱਚ, SI ਯੂਨਿਟਸ ਵਿੱਚ। ਇਸੇ ਕਰਕੇ ਜਿਹੜੀਆਂ ਇਹਦੀਆਂ ਯੂਨਿਟਸ ਆਉਣਗੀਆਂ ਮੀਟਰ ਪਰ ਸੈਕਿੰਡ। ਉਹਦੇ ਬਾਅਦ ਅੱਗੇ ਜੀ ਐਕਸਲਰੇਸ਼ਨ। ਹੁਣ ਐਕਸਲਰੇਸ਼ਨ ਤੋਂ ਕੀ ਭਾਵ ਆ? ਚੇਂਜ ਇਨ ਵੈਲੋਸਿਟੀ ਵਿਦ ਰਿਸਪੈਕਟ ਟੂ ਟਾਈਮ ਇਜ਼ ਕਾਲਡ ਐਕਸਲਰੇਸ਼ਨ। ਭਾਵ ਵੇਗ ਵਿੱਚ ਸਮੇਂ ਦੇ ਨਾਲ ਆਉਣ ਵਾਲੇ ਪਰਿਵਰਤਨ ਨੂੰ ਆਪਾਂ ਐਕਸਲਰੇਸ਼ਨ ਕਹਿੰਦੇ ਹਾਂ। ਹੁਣ ਆਪਾਂ ਐਗਜ਼ਾਮਪਲ ਨਾਲ ਕਰਦੇ ਹਾਂ।
ਆਹ ਲਾ ਲਓ ਹੁਣ ਤੁਸੀਂ ਗੱਡੀ ਚਲਾ ਰਹੇ ਹੋ, ਕੋਈ ਵੀ ਲਾ ਲਓ ਗੱਡੀ ਜਾਂ ਬਾਈਕ, ਤੇ ਆ ਰਹੇ ਹੋ ਤੁਸੀਂ ਇੱਧਰੋਂ। ਹੁਣ ਤੁਸੀਂ ਸਪੀਡ ਨਾਲ ਆ ਰਹੇ ਹੋ, ਵੈਲੋਸਿਟੀ ਤੁਹਾਡੀ ਹੈਗੀ ਹੈ ਜੀ 10 ਲਾ ਲਓ, 10 ਮੀਟਰ ਪਰ ਸੈਕਿੰਡ ਵੈਲੋਸਿਟੀ ਆ ਗਈ। ਹੁਣ ਤੁਸੀਂ ਆਈ ਜਾਂਦੇ ਹੋ ਕਾਂਸਟੈਂਟ ਵੈਲੋਸਿਟੀ ਨਾਲ, ਮਤਲਬ ਇੱਕਸਾਰ ਵੈਲੋਸਿਟੀ ਨਾਲ ਆ ਰਹੇ ਹੋ। ਤੁਹਾਡੀ ਵੈਲੋਸਿਟੀ 10 ਹੀ ਆ, ਪਰ ਅੱਗੇ ਆ ਕੇ ਮੋੜ ਆ ਜਾਂਦਾ। ਹੁਣ ਮੋੜ 'ਤੇ ਤੁਸੀਂ ਮਾਰਦੇ ਹੋ ਬ੍ਰੇਕ, ਅਤੇ ਤੁਹਾਡੀ ਵੈਲੋਸਿਟੀ ਘੱਟ ਕੇ 5 ਰਹਿ ਜਾਂਦੀ ਹੈ। ਤਾਂ ਹੁਣ ਸਮੇਂ ਦੇ ਨਾਲ ਤੁਹਾਡੇ ਵੇਗ ਵਿੱਚ ਆਉਣ ਵਾਲਾ ਪਰਿਵਰਤਨ ਆ ਜਿਹੜਾ, ਇਹਨੂੰ ਆਪਾਂ ਕਹਾਂਗੇ ਐਕਸਲਰੇਸ਼ਨ। ਹੁਣ ਇਹਨੂੰ ਆਪਾਂ ਡਿਨੋਟ ਕਿਵੇਂ ਕਰਾਂਗੇ? ਲਾ ਲਓ ਪਹਿਲਾਂ ਤੁਹਾਡਾ ਸੀਗਾ ਵੈਲੋਸਿਟੀ 10, ਪਹਿਲਾਂ ਵੇਗ ਸੀਗਾ 10, ਉਦੋਂ ਬਾਅਦ ਤੁਹਾਡਾ ਵੇਗ ਸੀਗਾ 5, ਠੀਕ ਆ ਜੀ। ਉਦੋਂ ਬਾਅਦ ਆਪਣੇ ਕੋਲੇ ਟਾਈਮ ਲਾ ਲਓ ਤੁਸੀਂ 5 ਸੈਕਿੰਡਾਂ ਵਿੱਚ ਮੋੜ ਕੱਟਿਆ, 5 ਸੈਕਿੰਡ ਵਿੱਚ ਇੱਥੇ ਆਏ, ਉਦੋਂ ਬਾਅਦ ਮੋੜ ਕੱਟਿਆ ਤੁਸੀਂ, ਅਤੇ ਆਪਣੇ ਕੋਲ ਕੀ ਰਹਿ ਜੂਗਾ 5/5, ਅਤੇ ਤੁਹਾਡੀ ਐਕਸਲਰੇਸ਼ਨ ਨਿਕਲੂਗੀ ਜੀ 1 ਮੀਟਰ ਪਰ ਸੈਕਿੰਡ ਦੀ, ਤੁਹਾਡੀ ਪਰ ਸੈਕਿੰਡ ਸਕੁਏਅਰ ਦੀ ਤੁਹਾਡੀ ਐਕਸਲਰੇਸ਼ਨ ਨਿਕਲੂਗੀ। ਹੁਣ ਤੁਸੀਂ ਇਸ ਐਗਜ਼ਾਮਪਲ ਤੋਂ ਤੁਹਾਨੂੰ ਕਲੀਅਰ ਹੋ ਗਿਆ ਹੋਊਗਾ ਵੀ ਐਕਸਲਰੇਸ਼ਨ ਨੂੰ ਕੀ ਕਹਿੰਦੇ ਆ। ਇਹਨੂੰ ਪੰਜਾਬੀ 'ਚ ਕਹਿੰਦੇ ਆ ਜੀ ਪ੍ਰਵੇਗ। ਹੁਣ ਪ੍ਰਵੇਗ ਦੀ ਵੈਲਿਊ ਜਿਹੜੀ ਆ ਇਹ ਪੋਜ਼ੀਟਿਵ ਵੀ ਹੋ ਸਕਦੀ ਆ, ਨੈਗੇਟਿਵ ਵੀ ਹੋ ਸਕਦੀ ਹੈ ਜੀ, ਅਤੇ 0 ਵੀ ਹੋ ਸਕਦੀ ਹੈ। ਹੁਣ ਲਾ ਲਓ ਤੁਸੀਂ ਸਿੱਧੀ ਸੜਕ 'ਤੇ ਚੱਲ ਰਹੇ ਹੋ, ਮੋੜ ਹੈ ਨਹੀਂ ਇੱਥੇ, ਸਿੱਧੇ ਚੱਲੀ ਜਾਂਦੇ ਹੋ, ਅਤੇ ਤੁਹਾਡੀ ਸਪੀਡ ਜਿਹੜੀ ਵੈਲੋਸਿਟੀ ਹੈ ਜਿਹੜੀ ਤੁਹਾਡੀ ਉਹ 10 ਮੀਟਰ ਪਰ ਸੈਕਿੰਡ ਹੀ ਰਹਿੰਦੀ ਹੈ। ਅਤੇ ਇੱਥੇ 1 ਸੈਕਿੰਡ 'ਤੇ ਜਦੋਂ ਆਪਾਂ ਦੇਖੀ ਤੁਹਾਡੀ ਵੈਲੋਸਿਟੀ ਉਦੋਂ 10 ਸੀਗੀ, ਅਤੇ 5 ਸੈਕਿੰਡ ਬਾਅਦ ਵੇਖੀ ਉਦੋਂ ਵੀ 10 ਸੀਗੀ। ਹੁਣ ਜੇ ਆਪਾਂ ਵੇਖਾਂਗੇ ਤਾਂ ਆਪਣੇ ਕੋਲ ਆਊਗੀ 10 - 10/5, 5 ਸੈਕਿੰਡ ਦਾ ਟਾਈਮ ਸੀਗਾ, ਆਪਾਂ ਵੇਖਾਂਗੇ 0/5 ਆ ਜਾਊਗਾ, ਭਾਵ ਤੁਹਾਡੀ ਐਕਸਲਰੇਸ਼ਨ 0 ਆ। ਤੁਹਾਡੇ ਕੋਲ ਵੈਲੋਸਿਟੀ ਹੈਗੀ ਆ, ਪਰ ਤੁਹਾਡੀ ਵੈਲੋਸਿਟੀ ਚੇਂਜ ਨਹੀਂ ਹੋਈ ਟਾਈਮ ਨਾਲ, ਇਸੇ ਕਰਕੇ ਤੁਹਾਡੀ ਐਕਸਲਰੇਸ਼ਨ ਜਿਹੜੀ ਉਹ 0 ਨਿਕਲ ਜਾਊਗੀ। ਇਹਨੂੰ ਕਹਿੰਦੇ ਆ ਜੀ ਪ੍ਰਵੇਗ। ਅਤੇ ਇਹਦੀਆਂ ਯੂਨਿਟਸ ਕੀ ਹੁੰਦੀਆਂ ਜੀ? ਆਪਾਂ ਨੂੰ ਪਤਾ ਜਿਹੜੀ ਵੈਲੋਸਿਟੀ ਹੁੰਦੀ ਆ ਉਹ ਮੀਟਰ ਪਰ ਸੈਕਿੰਡ ਹੁੰਦੀ ਆ। ਆਪਾਂ ਮੀਟਰ ਪਰ ਸੈਕਿੰਡ ਨੂੰ ਇੱਦਾਂ ਲਿਖ ਸਕਦੇ ਹਾਂ ਜੀ, ਮੀਟਰ/ਸੈਕਿੰਡ ਐਸ। ਉਹਦੇ ਬਾਅਦ ਜਿਹੜਾ ਫਾਰਮੂਲਾ ਆਪਣੇ ਕੋਲ ਹੈਗਾ velocity/time ਗੁਣਾ ਬਟਾ 1 ਸੈਕਿੰਡ, ਇਹਦਾ ਟਾਈਮ ਦਾ ਵੀ ਆਊਗਾ ਸੈਕਿੰਡ। ਹੁਣ ਸੈਕਿੰਡ ਨਾਲ ਸੈਕਿੰਡ ਮਲਟੀਪਲਾਈ ਹੋ ਗਿਆ, m/s², ਮੀਟਰ ਪਰ ਸੈਕਿੰਡ ਸਕੁਏਅਰ। ਇਸ ਤਰ੍ਹਾਂ ਤੁਹਾਡਾ ਯੂਨਿਟਸ ਆ ਜਾਣਗੇ। ਆਪਾਂ ਐਕਸਲਰੇਸ਼ਨ ਨੂੰ ਇਸ ਤਰੀਕੇ ਨਾਲ ਵੀ ਕੱਢ ਸਕਦੇ ਹਾਂ ਜੀ। ਆਪਾਂ ਨੂੰ ਪਤਾ ਵੈਲੋਸਿਟੀ ਦਾ ਫਾਰਮੂਲਾ ਇਹ ਹੁੰਦਾ ਡਿਸਪਲੇਸਮੈਂਟ, ਡਿਸਪਲੇਸਮੈਂਟ ਨੂੰ ਐਸ ਨਾਲ ਡਿਨੋਟ ਕਰਦੇ ਜੀ, ਇਹ ਵੀ ਤੁਸੀਂ ਨੋਟ ਕਰ ਲਿਓ, ਡਿਸਪਲੇਸਮੈਂਟ/ਟਾਈਮ। ਹੁਣ ਜੇ ਆਪਾਂ ਨੂੰ ਕਿ ਬਾਈ ਚਾਂਸ ਕੋਈ ਸਵਾਲ ਆਉਂਦਾ ਪੇਪਰ 'ਚ, ਉੱਥੇ ਉਹਨਾਂ ਨੇ ਤੁਹਾਨੂੰ ਵੈਲੋਸਿਟੀ ਨਹੀਂ ਦਿੱਤੀ ਹੋਏਗੀ ਓਬਜੈਕਟ ਦੀ, ਉਹਨਾਂ ਨੇ ਇਕੱਲਾ ਤੁਹਾਨੂੰ ਦੱਸਤਾ ਬਈ ਕਿਸੇ ਓਬਜੈਕਟ ਨੇ ਮੰਨ ਲਓ 10 ਸੈਕਿੰਡ ਵਿੱਚ ਮੀਟਰ ਤੈਅ ਕੀਤੀ ਆ, ਤਾਂ ਆਪਾਂ ਇੱਥੇ ਤੇ ਉਹਦੀ ਪ੍ਰਵੇਗ ਪਤਾ ਕਰੋ। ਹੁਣ ਆਪਾਂ ਨੂੰ ਵੈਲੋਸਿਟੀ ਤਾਂ ਦਿੱਤੀ ਨਹੀਂ ਹੋਈ, ਫਿਰ ਆਪਾਂ ਆਹ ਵਾਲਾ ਫਾਰਮੂਲਾ ਲਾ ਕੇ ਯਾਦ ਕੱਢ ਲਾਂਗੇ। ਉਹ ਇਹ ਹੁੰਦਾ ਡਿਸਪਲੇਸਮੈਂਟ/ਟਾਈਮ। ਟਾਈਮ ਆਪਾਂ ਨੂੰ 10 ਸੈਕਿੰਡ ਦਿੱਤਾ ਹੋਊਗਾ, ਇਹ 1 ਦਿੱਤਾ ਹੋਊਗਾ, ਉਦੋਂ ਆਪਾਂ ਡਿਵਾਈਡ ਕਰਕੇ ਨਿਕਲ ਜੂਗਾ ਜੋ ਵੀ ਆਊਗਾ। ਇਸੇ ਕਰਕੇ ਆਹ ਜਿਹੜੇ ਫਾਰਮੂਲੇ ਤੁਹਾਨੂੰ ਦਿਖਾਈ ਜਾਣਾ, ਇਹ ਫਾਰਮੂਲੇ ਜ਼ਰੂਰ ਯਾਦ ਕਰਨੇ ਆ ਤੁਸੀਂ। ਆਹ ਵਾਲਾ ਇਹਨੂੰ A ਨਾਲ ਡਿਨੋਟ ਕਰਦੇ ਆ ਜੀ ਜਿਹੜੀ ਐਕਸਲਰੇਸ਼ਨ ਹੁੰਦੀ ਆ, ਅਤੇ ਇੱਕ ਆਹ ਵਾਲਾ ਫਾਰਮੂਲਾ, ਇਹ ਤਾਂ ਤੁਸੀਂ ਵੈਲੋਸਿਟੀ ਦਾ ਜਿਹੜਾ ਫਾਰਮੂਲਾ ਹੁੰਦਾ ਉਹ ਹੁੰਦਾ ਡਿਸਟੈਂਸ/ਟਾਈਮ, ਇੱਥੇ ਲਿਖ ਲਓ। ਆਹ ਵਾਲਾ ਵੀ ਯਾਦ ਰੱਖਣਾ, ਇਹ ਇੰਪੋਰਟੈਂਟ ਫਾਰਮੂਲੇ ਜੀ ਇਹਨਾਂ। ਉਦੋਂ ਬਾਅਦ ਆਪਣੇ ਕੋਲ ਅਗਲਾ ਟੌਪਿਕ ਆਉਂਦਾ ਜੀ ਇਕੁਏਸ਼ਨ ਆਫ ਮੋਸ਼ਨ। ਆਹ ਜਿਹੜਾ ਟੌਪਿਕ ਆ ਤੁਹਾਡਾ ਇਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਆ, ਵੈਰੀ ਇੰਪੋਰਟੈਂਟ। ਨੂਮੈਰੀਕਲ ਪੁੱਛਣਗੇ ਤਾਂ ਨੂਮੈਰੀਕਲ ਇਹਨਾਂ 'ਚ ਤਾਂ ਆਊਗਾ ਜੀ। ਇਹਦੇ ਵਿੱਚ ਇਹ ਜਿਹੜੀਆਂ ਤੁਹਾਨੂੰ ਕੁਛ ਕੁ ਉਹਨਾਂ ਨੇ ਦਿੱਤੇ ਹੋਣੇ ਫਾਰਮੂਲੇ ਬਣਾਏ ਹੋਏ ਆ ਗਤੀ ਦੇ, ਉਹਨਾਂ ਨੇ ਤੁਹਾਨੂੰ ਇਹਨਾਂ ਦੇ ਡੈਰੀਵੇਸ਼ਨ ਵੀ ਇਹ ਫਾਰਮੂਲੇ ਕਿਵੇਂ ਆਏ ਬਣੇ ਹੋਏ ਆ, ਇਹ ਤੁਹਾਡੇ ਸਿਲੇਬਸ ਵਿੱਚ ਹੈ ਨਹੀਂ ਗਾ, ਇਕੱਲੇ ਤੁਹਾਨੂੰ ਇਹ ਫਾਰਮੂਲੇ ਦਿੱਤੇ ਹੋਏ ਤੁਹਾਡੇ ਸਿਲੇਬਸ ਵਿੱਚ।
ਇਸੇ ਕਰਕੇ ਇਹਦੀਆਂ ਡੈਰੀਵੇਸ਼ਨਾਂ ਕਰਾਉਣ ਦਾ ਫਿਰ ਸਾਨੂੰ ਵੀ ਕੋਈ ਮਤਲਬ ਨਹੀਂਗਾ, ਐਵੇਂ ਤੁਸੀਂ ਹੋਰ ਜ਼ਿਆਦਾ ਉਲਝ ਜਾਓਗੇ। ਇਸੇ ਕਰਕੇ ਤੁਸੀਂ ਆਹ ਫਾਰਮੂਲੇ ਜਿਹੜੇ ਇਹ ਯਾਦ ਕਰ ਲੈਣੇ ਚੰਗੀ ਤਰ੍ਹਾਂ, ਰੱਟ ਹੀ ਲੈਣੇ ਆ। ਇਹਦੀਆਂ ਜਿਹੜੀਆਂ ਟਰਮਸ ਆ ਇਹ ਤਾਂ ਤੁਹਾਨੂੰ ਜ਼ਿਆਦਾ ਪਤਾ ਹੀ ਹੋਣਗੀਆਂ ਵੀ ਵੀ ਨੂੰ ਕੀ ਕਹਿੰਦੇ, ਇਹ ਤਾਂ ਆਪਾਂ ਸਾਰੇ ਹੁਣ ਕਲੀਅਰ ਕਰ ਹੀ ਚੁੱਕੇ ਹਾਂ। ਵੈਸੇ ਫਿਰ ਵੀ ਮੈਂ ਲਿਖੇ ਹੋਏ ਆ ਥੱਲੇ, ਜਿਹੜਾ ਵੀ ਆ ਆਪਣੇ ਕੋਲੇ ਇਹਨੂੰ ਕਹਿੰਦੇ ਆ ਫਾਈਨਲ ਵੈਲੋਸਿਟੀ। ਫਾਈਨਲ ਭਾਵ ਅੰਤਿਮ ਵੇਗ ਹੋ ਗਿਆ ਕਿਸੇ ਵੀ ਆਬਜੈਕਟ ਦਾ। ਤੇ ਜਿਹੜਾ ਯੂ ਆ, ਯੂ ਨੂੰ ਕਹਿੰਦੇ ਆ ਜੀ ਸ਼ੁਰੂਆਤੀ ਵੇਗ। ਟੀ ਸਮਾਂ ਤੇ ਐਸ ਹੁੰਦਾ ਇਹ ਡਿਸਪਲੇਸਮੈਂਟ ਵਾਸਤੇ ਹੁੰਦਾ ਜੀ, ਤੇ ਜਿਹੜਾ ਏ ਹੁੰਦਾ ਇਹ ਹੁੰਦਾ ਆਪਣਾ ਪ੍ਰਵੇਗ ਵਾਸਤੇ, ਐਕਸਲਰੇਸ਼ਨ। ਹੁਣ ਇਹ ਤੁਸੀਂ ਜਿਹੜੇ ਫਾਰਮੂਲੇ ਇਹ ਪੱਕੇ ਯਾਦ ਕਰ ਲੈਣੇ, ਕਿਉਂਕਿ ਇਹਨਾਂ 'ਚੋਂ ਸਵਾਲ ਤੁਹਾਨੂੰ ਪੱਕਾ ਹੀ ਆਊਗਾ। ਆਪਾਂ ਇੱਕ ਅੱਧਾ ਸਵਾਲ ਇੱਥੇ ਵੀ ਕੱਢ ਕੇ ਵੇਖਾਂਗੇ ਤਾਂ ਕਿ ਤੁਹਾਨੂੰ ਕਲੀਅਰ ਹੋ ਜਾਏ ਵੀ ਹਾਂ ਕਿੱਦਾਂ ਕਰਕੇ ਇਹ ਫਾਰਮੂਲੇ ਅਪਲਾਈ ਕਰਨੇ ਆ। ਇਸੇ ਕਰਕੇ ਤੁਸੀਂ ਆਹ ਵਾਲੇ ਨੋਟ ਕਰ ਲਓ ਚੰਗੀ ਤਰ੍ਹਾਂ ਸਾਰੇ। ਚਲੋ ਜੀ ਆਪਾਂ ਪਹਿਲਾ ਸਵਾਲ ਕਰਦੇ ਹਾਂ ਆਪਣਾ ਐਗਜ਼ਾਮਪਲ ਵਾਸਤੇ। ਉੱਥੇ ਤੁਹਾਨੂੰ ਐਂ ਸਿੱਧਾ ਵੈਲਿਊਜ਼ ਨੇ ਦਿੱਤੀਆਂ ਹੋਣਗੀਆਂ, ਉਹਨਾਂ ਨੇ ਇੱਕ ਸਟੇਟਮੈਂਟ ਦਿੱਤੀ ਹੋਊਗੀ ਬਈ ਕੋਈ ਕਾਰ ਆ ਜਿਹੜੀ ਉਹ ਸ਼ੁਰੂਆਤੀ ਪ੍ਰਵੇਗ 10 ਮੀਟਰ ਪਰ ਸੈਕਿੰਡ ਨਾਲ ਜਾ ਰਹੀ ਸੀ ਅਤੇ 10 ਸੈਕਿੰਡ ਵਾਸਤੇ ਉਹ ਚੱਲੀ, ਅਤੇ ਜਿਹੜਾ ਉਹਦਾ ਪ੍ਰਵੇਗ ਸੀਗਾ ਉਹ ਸੀਗਾ 4 ਮੀਟਰ ਪਰ ਸੈਕਿੰਡ। ਹੁਣ ਸਾਨੂੰ ਦੱਸੋ ਵੀ ਉਹਦਾ ਅੰਤਿਮ ਵੇਗ ਕਿੰਨਾ ਸੀਗਾ। ਹੁਣ ਆਪਾਂ ਜਿਹੜੀਆਂ ਆਹ ਸਾਰੀਆਂ ਵੈਲਿਊਜ਼ ਇਹ ਕੱਢ ਲਾਂਗੇ ਸਟੇਟਮੈਂਟ ਵਿੱਚੋਂ, ਲਿਖ ਲਾਂਗੇ ਪਾਸੇ, ਅਤੇ ਆਪਾਂ ਵੇਖਾਂਗੇ ਵੀ ਆਪਾਂ ਵੀ ਫਾਈਂਡ ਕਰਨੀ ਹੈ, ਅੰਤਿਮ ਵੇਗ ਫਾਈਂਡ ਕਰਨਾ। ਹੁਣ ਆਪਾਂ ਵੇਖਾਂਗੇ ਬਈ ਹਾਂ ਆਪਣੇ ਕੋਲ ਆਹ ਸਾਰੀਆਂ ਵੈਲਿਊਜ਼ ਆ। ਹੁਣ ਆਪਾਂ ਜਿਹੜੀਆਂ 3 ਇਕੁਏਸ਼ਨ ਸੀਗੀਆਂ ਉਹਨਾਂ 'ਤੇ ਨਿਗਾਹ ਮਾਰਾਂਗੇ ਵੀ ਹਾਂ ਆਪਣੇ ਕੋਲ ਆਹ 3 ਦਿੱਤੀਆਂ ਹੋਈਆਂ ਅਤੇ ਇੱਕ ਫਾਈਂਡ ਕਰਨਾ। ਆਪਾਂ ਵੇਖਾਂਗੇ ਵੀ ਹਾਂ ਇਹਨਾਂ ਤਿੰਨਾਂ 'ਚੋਂ ਕਿਹੜੀ ਲੱਗੂਗੀ, ਕਿਹਦੇ ਵਿੱਚ ਆਪਾਂ ਸਾਰੀਆਂ ਵੈਲਿਊਜ਼ ਭਰ ਦਾਂਗੇ 3 ਤਾਂ ਆਪਣੇ ਕੋਲ 20 ਆ ਜਾਊਗੀ। ਹੁਣ ਇਹਦੇ ਵਿੱਚ ਆਪਾਂ ਨੂੰ ਜਿਹੜੀ ਆਹ ਵਾਲੀ ਪਹਿਲੀ ਆ ਇਕੁਏਸ਼ਨ ਆਫ ਮੋਸ਼ਨ, ਆਹ 20 ਦਿੱਤੀ ਹੋਈ ਆ, 20 ਵੀ ਹੈਗੀ ਆ, 20 ਲੱਭਣੀ ਆਪਾਂ, ਅਤੇ ਯੂ ਦੀ ਆਪਣੇ ਕੋਲ ਵੈਲਿਊ ਹੈਗੀ ਆ, ਏ ਦੀ ਵੈਲਿਊ ਵੀ ਹੈਗੀ ਆ, ਅਤੇ ਟੀ ਦੀ ਵੈਲਿਊ ਵੀ ਹੈਗੀ ਆ। ਹੁਣ ਜੇ ਆਪਾਂ ਇਸ ਇਕੁਏਸ਼ਨ ਵਿੱਚ ਭਰ ਦਾਂਗੇ ਤਾਂ ਆਪਾਂ ਨੂੰ 20 ਪਤਾ ਲੱਗ ਜੂਗਾ। ਚਲੋ ਆਪਾਂ ਭਰ ਕੇ ਵੇਖਦੇ ਹਾਂ। v = u + at। ਹੁਣ ਆਪਾਂ ਨੂੰ u ਦੀ ਵੈਲਿਊ ਦਿੱਤੀ ਸੀਗੀ ਜੀ ਉਹਨਾਂ ਨੇ 10 ਮੀਟਰ ਪਰ ਸੈਕਿੰਡ ਪਲੱਸ 4 ਮੀਟਰ ਪਰ ਸੈਕਿੰਡ ਸੀਗਾ ਆਪਣੇ ਕੋਲ ਐਕਸਲਰੇਸ਼ਨ, ਅਤੇ ਲਾ ਲਓ ਆਪਣੇ ਕੋਲ 10 ਸੈਕਿੰਡ ਸੀਗਾ ਜਿਹੜਾ ਗੱਡੀ ਚੱਲੀ ਜਿਸ ਸਮੇਂ ਵਾਸਤੇ, ਗੁਣਾ 10 + 40 20 ਆਪਣੇ ਕੋਲ ਆ ਜਾਊਗਾ ਜੀ 50 ਮੀਟਰ ਪਰ ਸੈਕਿੰਡ। ਇਸੇ ਤਰ੍ਹਾਂ ਨਾਲ ਆਪਾਂ ਨੂੰ ਫਾਈਂਡ ਕਰ ਲਾਂਗੇ। ਤੁਹਾਨੂੰ ਉੱਥੇ ਸਟੇਟਮੈਂਟਸ ਦਿੱਤੀਆਂ ਹੋਣਗੀਆਂ, ਆਪਾਂ ਅਗਲੀ ਵਾਲੇ ਦੇ ਕਰਕੇ ਵੇਖਦੇ ਹਾਂ ਉਹਨਾਂ ਚਿਰ। ਆਹ ਲਾ ਲਓ ਜੀ ਆਪਣੇ ਕੋਲ ਅਗਲਾ ਸਵਾਲ ਆ ਗਿਆ। ਹੁਣ ਮੰਨ ਲਓ ਤੁਹਾਨੂੰ ਉਹਨਾਂ ਨੇ ਇੱਕ ਇਸ ਟਾਈਪ ਦੀ ਸਿਚੁਏਸ਼ਨ ਦਿੱਤੀ, ਉਹਨਾਂ ਨੇ ਤੁਹਾਨੂੰ ਸਟੇਟਮੈਂਟ ਦਿੱਤੀ ਵੀ ਕੋਈ ਵੀ ਜਿਵੇਂ ਕਾਰ ਚੱਲ ਰਹੀ ਸੀਗੀ, ਉਹਦੀ ਸ਼ੁਰੂਆਤੀ ਜਿਹੜੀ ਸਪੀਡ ਸੀਗੀ 4 ਮੀਟਰ ਪਰ ਸੈਕਿੰਡ ਸੀਗੀ, ਬਾਅਦ 'ਚ ਸਪੀਡ ਵਧਾਈ 2 ਮੀਟਰ ਪਰ ਸੈਕਿੰਡ ਦੀ ਪ੍ਰਵੇਗ ਨਾਲ, ਅਤੇ ਬਾਅਦ 'ਚ ਉਹਦੀ ਜਿਹੜੀ ਅੰਤਿਮ ਵੇਗ ਸੀਗਾ ਉਹ 5 ਮੀਟਰ ਪਰ ਸੈਕਿੰਡ ਹੋ ਗਿਆ। ਹੁਣ ਇਹ ਸਾਰਾ ਜਿਹੜਾ ਸੀਗਾ ਉਹਨਾਂ ਨੇ ਦੱਸਿਆ ਵੀ ਆਪਾਂ ਨੂੰ ਹੁਣ ਡਿਸਟੈਂਸ ਕੱਢ ਕੇ ਦੱਸੋ। ਹੁਣ ਆਪਣੇ ਕੋਲ ਆਹ ਸਾਰੀਆਂ ਦਿੱਤੀਆਂ ਹੋਈਆਂ, ਇਹਦੇ ਵਿੱਚ ਹੁਣ ਟਾਈਮ ਤਾਂ ਦਿੱਤਾ ਨਹੀਂ ਹੋਇਆ ਗਾ, ਟਾਈਮ ਨਹੀਂ ਦਿੱਤਾ ਹੋਇਆ, ਇਸੇ ਕਰਕੇ ਆਪਾਂ ਆਹ ਪਹਿਲੀ ਇਕੁਏਸ਼ਨ ਤਾਂ ਲਾ ਨਹੀਂ ਸਕਦੇ ਕਿ ਟਾਈਮ ਹੈ ਨਹੀਂ ਆਪਣੇ ਕੋਲ। ਹੁਣ ਇਹਦੇ ਵਿੱਚ ਟਾਈਮ ਹੈ ਨਹੀਂ ਗਾ ਆਪਣੇ ਕੋਲ, ਇਹਦੇ ਵਿੱਚ ਆਪਣੇ ਕੋਲ ਆ ਵੀ ਦਿੱਤੀ ਹੋਈ ਆ ਅੰਤਿਮ ਵੇਗ, ਸ਼ੁਰੂਆਤੀ ਵੇਗ ਵੀ ਦਿੱਤਾ ਅਤੇ ਪ੍ਰਵੇਗ ਵੀ ਦਿੱਤਾ, ਅਤੇ ਆਪਾਂ ਡਿਸਟੈਂਸ ਫਾਈਂਡ ਕਰਨਾ, ਡਿਸਪਲੇਸਮੈਂਟ ਜਿਹੜੀ ਆਪਣੇ ਕੋਲ। ਇਸੇ ਕਰਕੇ ਆਪਾਂ ਸੈਕਿੰਡ ਲਈ ਲਾ ਲਾਂਗੇ, ਲਾ ਕੇ ਵੇਖਦੇ ਹਾਂ। v² - u² = 2as। ਹੁਣ ਆਪਾਂ ਨੂੰ 20 ਦਿੱਤਾ ਹੋਇਆ ਜੀ 5 ਉਹਦਾ ਸਕੁਏਅਰ, ਇਹ ਹੈਗਾ 4 ਉਹਦਾ ਸਕੁਏਅਰ, 2 ਗੁਣਾ 2 ਆਪਣੇ ਕੋਲ ਪ੍ਰਵੇਗ ਸੀਗਾ, ਗੁਣਾ s ਡਿਸਟੈਂਸ। ਆ ਹੋ ਗਿਆ ਜੀ 5 × 5 = 25 -
चौकी चौकी 16 4 ਤੇ ਆ ਆਪਣੇ ਕੋਲ ਆ ਗਿਆ S। ਹੁਣ ਇਹ ਹੋਊਗਾ ਆਪਣੇ ਕੋਲੇ ਜੀ 9 ਆ ਜਾਏਗਾ ਤੇ ਜਿਹੜਾ ਇੱਧਰ ਆ ਕੇ 4 ਜਿਹੜਾ ਉਹ ਡਿਵਾਈਡ ਹੋ ਜਾਏਗਾ ਤੇ ਆ S ਆ ਜਾਏਗਾ। ਹੁਣ ਉਸ ਤੋਂ ਬਾਅਦ ਜਦੋਂ ਤੁਸੀਂ ਅੱਗੇ ਡਿਵੀਜ਼ਨ ਕਰੋਗੇ ਤਾਂ ਆਪਣੇ ਕੋਲ ਡਿਸਟੈਂਸ ਆ ਜਾਏਗਾ ਮੀਟਰਸ ਵਿੱਚ। ਇਸ ਤਰ੍ਹਾਂ ਆਪਣਾ ਸਵਾਲ ਜਿਹੜਾ ਨਿਕਲ ਜਾਏਗਾ। ਚਲੋ ਆਪਾਂ ਤੀਜੀ ਵਾਲੀ ਰਹਿ ਗਈ ਆਪਣੀ ਇਕੁਏਸ਼ਨ, ਉਹ ਵੀ ਲਾ ਕੇ ਵੇਖਦੇ ਹਾਂ। ਹੁਣ ਆਹ ਲਾ ਲਓ ਜੀ ਆਪਣੇ ਕੋਲ ਆ ਗਈ ਤੀਜਾ ਸਮ, ਤੀਜੀ ਐਗਜ਼ਾਮਪਲ ਆਪਣੀ। ਹੁਣ ਇਹਦੇ ਵਿੱਚ ਆਪਾਂ ਨੂੰ ਐਵੇਂ ਦਾ ਕੁਛ ਉਹਨਾਂ ਸਿਚੁਏਸ਼ਨ ਦਿੱਤੀ ਹੋਊਗੀ, ਲਾ ਲਓ ਵੀ ਕੋਈ ਜਿਹੜੀ ਕਾਰ ਲਾ ਲਓ, ਕੁਛ ਵੀ ਲਾ ਲਓ, ਕੋਈ ਆਬਜੈਕਟ ਆ, ਉਹ 10 ਮੀਟਰ ਤੱਕ ਟਰੈਵਲ ਕੀਤਾ। ਉਹਦਾ ਜਿਹੜਾ ਸ਼ੁਰੂਆਤੀ ਵੇਗ ਸੀਗਾ ਉਹ 0 ਸੀਗਾ। ਸ਼ੁਰੂਆਤ ਵਿੱਚ ਉਹ ਖੜੀ ਹੋਈ ਸੀਗੀ ਸਟੈਂਡ, ਅਤੇ ਜਿਹੜਾ 3 ਸੈਕਿੰਡ ਵਾਸਤੇ ਉਹਨੇ ਟਰੈਵਲ ਕੀਤਾ ਡਿਸਟੈਂਸ, ਅਤੇ ਆਪਾਂ ਉਹਦਾ ਐਕਸਲਰੇਸ਼ਨ ਦੱਸਣੀ ਹੈ, ਪ੍ਰਵੇਗ ਦੱਸਣਾ। ਹੁਣ ਆਪਾਂ ਨੂੰ ਇਹਦੇ ਵਿੱਚ ਨਾ ਅੰਤਿਮ ਦਿੱਤੀ ਹੋਈ ਆ ਵੈਲੋਸਿਟੀ, ਅਤੇ ਨਾ ਆਪਾਂ ਨੂੰ ਇਹਦੇ ਵਿੱਚ ਹੋਰ ਕੁਝ ਦਿੱਤਾ ਹੈ। ਇਸੇ ਕਰਕੇ ਆਪਾਂ ਜਿਹੜਾ ਤੀਜਾ ਫਾਰਮੂਲਾ ਲੱਗ ਜਾਊਗਾ। ਹੁਣ ਆਪਾਂ ਨੂੰ ਇਹਦੇ ਡਿਸਟੈਂਸ ਦਿੱਤਾ 10 ਮੀਟਰ, ਅਤੇ ਜਿਹੜਾ ਆਪਣਾ ਸ਼ੁਰੂਆਤੀ ਵੇਗ ਸੀਗਾ ਉਹ ਤਾਂ 0 ਹੀ ਸੀਗਾ। ਹੁਣ 0 ਨਹੀਂ, ਜੇ ਆਪਾਂ 3 ਸੈਕਿੰਡ ਨਾਲ ਮਲਟੀਪਲਾਈ ਕਰਾਂਗੇ ਜਾਂ ਤਾਂ 0 ਹੀ ਹੋ ਜਾਏਗੀ ਟਰਮ ਆਪਣੀ। ਇਸੇ ਕਰਕੇ ਲਿਖਣ ਦਾ ਕੋਈ ਮਤਲਬ ਨਹੀਂ ਗਾ। ਆ ਹਾਫ ਆ ਗਿਆ। ਐਕਸਲਰੇਸ਼ਨ ਆਪਾਂ ਲੱਭਣੀ ਆ, ਅਤੇ ਟਾਈਮ ਆ ਜਿਹੜਾ ਆਪਣੇ ਕੋਲ 3 ਸੈਕਿੰਡ ਆ, 3 ਤੀਏ 9, ਆ ਉੱਧਰ ਜਾ ਕੇ ਮਲਟੀਪਲਾਈ ਹੋ ਜਾਏਗਾ। ਇਹ ਆ ਗਿਆ 20, ਅਤੇ ਆਹ ਇੱਧਰ ਆ ਕੇ ਡਿਵਾਈਡ ਹੋ ਜਾਏਗਾ 9। ਐਕਸਲਰੇਸ਼ਨ ਆਪਣੇ ਕੋਲ ਆ ਜਾਏਗੀ ਜੀ 20/9 ਮੀਟਰ ਪਰ ਸੈਕਿੰਡ ਸਕੁਏਅਰ। ਹੁਣ ਇਹ ਚੀਜ਼ ਆਪਣੇ ਕੋਲ ਟੈਨਸ਼ਨ ਲੈਣ ਵਾਲੀ ਵੀ ਉੱਥੇ ਜਾ ਕੇ ਆਹ ਚੀਜ਼ਾਂ ਡਿਵਾਈਡ ਕਰਨੀਆਂ ਪੈਣਗੀਆਂ। ਉੱਥੇ ਤੁਹਾਨੂੰ ਉਸ ਤਰ੍ਹਾਂ ਦੀ ਸਟੇਟਮੈਂਟ ਆਏਗੀ ਵੀ ਤੁਹਾਡਾ ਸਹੀ ਆਨਸਰ ਆ ਜਾਏਗਾ, ਸਿੱਧਾ ਸਿੰਪਲ ਆਨਸਰ ਆਏਗਾ, ਕੋਈ ਐਵੇਂ ਦੀ ਡਿਵੀਜ਼ਨ ਨਹੀਂ ਆਏਗੀ ਜਿਹੜੀ ਹੋ ਜਾਏਗੀ ਨਾ ਅੱਗੇ। ਇਹ ਤਾਂ ਹੁਣ ਮੈਂ ਆਪਦੇ ਵੱਲੋਂ ਬਣਾਇਆ ਸਵਾਲ, ਤਾਂ ਕਰਕੇ ਹੁਣ ਇਹਦਾ ਆਹ ਚੀਜ਼ ਆ ਰਹੀ ਹੈ ਆਨਸਰ। ਉਦੋਂ ਬਾਅਦ ਆਪਾਂ ਅਗਲੇ ਟੌਪਿਕ 'ਤੇ ਵੱਧਦੇ ਹਾਂ। ਆਹ ਹੁਣ ਜਿਹੜੀਆਂ ਤੁਹਾਨੂੰ ਕਰਾਈਆਂ ਜੀ, ਇਹ ਚੀਜ਼ਾਂ ਯਾਦ ਰੱਖਣ ਵਾਲੀਆਂ, ਇਹ ਚੀਜ਼ਾਂ ਨਾ ਭੁੱਲ ਜਾਓ, ਇਹ ਪੱਕੀਆਂ ਹੀ ਆਉਣਗੀਆਂ ਪੇਪਰ 'ਚ ਫਿਜ਼ਿਕਸ ਵਾਲੇ ਸਟੈਪ 'ਚ।